ਦਸਤਾਵੇਜ਼ ਦੇ ਇਸ ਅੰਕ ਦੇ ਵਿੱਚ ਤੁਹਾਡਾ ਸਵਾਗਤ। ਮੈਂ ਤੁਹਾਡਾ ਦੋਸਤ ਜਗਜੀਤ ਗਿੱਲ। ਦੋਸਤੋ, ਦਸਤਾਵੇਜ਼ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਹੁਣ ਤੱਕ ਸਾਰਾ ਅੰਦਾਜ਼ਾ ਹੋ ਗਿਆ ਹੋਣਾ ਕਿ ਆਪਾਂ ਹਰ ਐਤਵਾਰ ਕਿਸੇ ਸ਼ਾਇਰ, ਕਹਾਣੀਕਾਰ, ਨਾਵਲਕਾਰ, ਨਾਟਕਕਾਰ ਦੇ ਨਾਲ ਗੱਲ ਕਰਦੇ ਹਾਂ ਅਤੇ ਇਸ ਦੇ ਵਿੱਚ ਹੀ ਆਪਾਂ ਇਸ ਵਾਰ ਤੁਹਾਨੂੰ ਇੱਕ ਸੰਪਾਦਕ ਦੇ ਨਾਲ ਮਿਲਾਵਾਂਗੇ। ਬੇਸ਼ੱਕ ਹਰ ਸੰਪਾਦਕ ਨੇ ਆਪਣੇ ਮੈਗਜ਼ੀਨ ਨੂੰ ਬੱਚਿਆਂ ਵਾਂਗ ਪਾਲਿਆ ਹੁੰਦਾ ਹੈ ਅਤੇ ਉਹ ਉਸ ਮੈਗਜ਼ੀਨ ਨੂੰ ਹਰ ਪਾਠਕ ਦੇ ਹੱਥ ਦੇ ਵਿੱਚ ਵੇਖਣਾ ਚਾਹੁੰਦਾ ਹੈ। ਸਾਰੇ ਮੈਗਜ਼ੀਨ ਸਾਡੇ ਵਾਸਤੇ ਸਤਿਕਾਰਯੋਗ ਨੇ ਔਰ ਸਾਰੇ ਮੈਗਜ਼ੀਨਸ ਦੇ ਜਿਹੜੇ ਸੰਪਾਦਕ ਸਾਹਿਬਾਨ ਨੇ ਜਾਂ ਉਹਨਾਂ ਦੇ ਸਰਪ੍ਰਸਤ ਨੇ ਉਹ ਸਾਡੇ ਬੜੇ ਸਤਿਕਾਰਯੋਗ ਮਿੱਤਰ ਵੀ ਨੇ। ਅਤੇ ਸੁਸ਼ੀਲ ਦੋਸਾਂਝ ਤੁਹਾਨੂੰ ਪਤਾ ਕਿ ਹੁਣ ਦੇ ਸੰਪਾਦਕ ਨੇ। ਉਸਨੇ ਉਸ ਮੈਗਜ਼ੀਨ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰਾ ਸੰਘਰਸ਼ ਕੀਤਾ, ਨਾ ਸਿਰਫ ਮੈਗਜ਼ੀਨ ਦੇ ਮਾਮਲੇ 'ਚ ਬਲਕਿ ਆਪਣੀ ਜ਼ਿੰਦਗੀ ਦੇ ਮਾਮਲੇ 'ਚ ਵੀ। ਆਪਾਂ ਉਹਨਾਂ ਤੋਂ ਹੁਣ ਦੇ ਸਫ਼ਰ ਬਾਰੇ, ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਸਫ਼ਰ ਬਾਰੇ, ਉਹਨਾਂ ਸਾਰੀਆਂ ਤੰਗੀਆਂ ਤੁਰਸ਼ੀਆਂ ਦੇ ਬਾਰੇ ਅਤੇ ਹੁਣ ਨੂੰ ਇੱਥੋਂ ਤੱਕ ਪਹੁੰਚਾਉਣ ਵਾਸਤੇ ਕੀਤੇ ਗਏ ਸੰਘਰਸ਼ ਦੇ ਬਾਰੇ ਸਾਰੀਆਂ ਖੁੱਲ੍ਹ ਕੇ ਗੱਲਾਂ ਕਰਾਂਗੇ। ਜਗਜੀਤ, ਬਹੁਤੇ ਲੋਕ ਨਾ ਮੈਨੂੰ ਪੁੱਛਦੇ ਆ ਵੀ ਤੂੰ ਸੁਸ਼ੀਲ ਦੇ ਨਾਲ ਪੜ੍ਹਦਾ ਰਿਹਾ, ਤੁਸੀਂ SFI ਸੇ ਇਕੱਠੇ ਰਹੇ ਜੇ। ਤੇ ਪਰ ਮੈਂ ਤਾਂ ਗੱਲ ਸੁਣਾ ਵੀ ਅਸਲ ਨਾ ਸੁਸ਼ੀਲ ਨਾਲ ਸਾਂਝ ਜਦੋਂ ਹੋਣ ਸ਼ੁਰੂ ਹੋਇਆ ਉਦੋਂ ਹੀ ਸ਼ੁਰੂ ਹੋਈ। 2004 ਦੇ ਵਿੱਚ ਮੁਹਾਲੀ ਉਦੋਂ ਆਪਣਾ ਅਵਤਾਰ ਜੰਡਿਆਲ ਵੀ ਨਹੀਂ, ਉਦੋਂ ਸਲਾਹਾਂ ਕਰਦੇ ਸ਼ਬਦੀਸ਼ ਨੇ ਮਿਲਾਇਆ ਮੈਨੂੰ ਹੁਣ ਇਹਦੇ ਨਾਲ। ਅੱਛਾ। ਤੇ ਉਹ ਬਸ ਸਾਡੀ ਸਾਂਝ ਹੁਣ ਜਿੰਨੀ ਪੁਰਾਣੀ ਹੈ ਤੇ ਹੁਣ ਵਾਂਗੂ ਹੀ ਸਦਾ ਰਹੂਗੀ ਕਿ ਹੁਣ ਸਦਾ ਰਹੂਗਾ ਹੈ ਸਾਡੀ ਸਾਂਝ। ਲੋਕੀ ਕੋਈ ਪੁੱਛਦੇ ਆ ਵੀ ਤੁਸੀਂ SFI ਇਕੱਠੇ ਰਹੇ ਜੇ, ਤੁਸੀਂ ਪੜ੍ਹਦੇ ਰਹੇ ਜੇ, ਤੁਸੀਂ ਉਹ ਪੜ੍ਹਦੇ ਰਹੇ, ਪੜ੍ਹੇ ਹੀ ਦੋਵੇਂ ਦਾਦਾ ਜੀ ਮਾਤਾ ਹੀ ਆ। ਦੋਵਾਂ ਦੇ ਪਾ ਕੇ ਐਵੇਂ ਰਹਿੰਦੀ ਹੈ, ਦੋਵਾਂ ਦੀ ਪਾ ਕੇ ਐਵੇਂ ਤੋਂ ਵੱਡੀ ਹੋਈ। ਜਾਣ ਪਛਾਣ ਤਾਂ ਪਹਿਲਾਂ ਹੀ ਸੀਗੀ। ਜਾਣ ਪਛਾਣ ਤਾਂ ਪਹਿਲਾਂ ਹੈਗੀ ਸੀ, ਬਾਬਿਆਂ ਦੇ ਮੇਲੇ ਤੇ, ਗਦਰੀ ਬਾਬਿਆਂ ਦੇ ਮੇਲੇ ਤੇ ਜਲੰਧਰ ਮਿਲਦੇ ਵਗੈਰਾ ਰਹੇ। ਤੇ ਬਾਕੀ ਜਿਹੜੀ ਗੂੜੀ ਸਾਂਝ ਬਣੀ ਆ ਉਹ ਹੁਣ ਰਾਹੀਂ ਬਣੀ ਹੈ, ਕਿਉਂਕਿ 2004 ਚ ਜਦੋਂ ਅਵਤਾਰ ਜੰਡਿਆਲ ਨੂੰ ਸਲਾਹਾਂ ਕਰਦੇ ਸੀ ਇਹਨਾਂ ਨਾਲ, ਉਦੋਂ ਮੈਂ ਵੀ ਇੱਕ ਦੋ ਮੀਟਿੰਗਾਂ ਜਿਹਨਾਂ ਨਾਲ ਸ਼ਾਮਲ ਹੋਇਆ। ਸ਼ਬਦੀਸ਼ ਵੀ ਉਦੋਂ ਮੁਹਾਲੀ ਰਹਿੰਦਾ ਹੁੰਦਾ ਸੀ, ਇਹਨਾਂ ਦੇ ਲਾਗੇ ਛਾਗੇ ਕਿਤੇ। ਜਿੱਦਾਂ ਹੁਣੇ ਤਰਲੋਚਨ ਉਹਨਾਂ ਨੇ ਗੱਲ ਵੀ ਕੀਤੀ ਹੈ, ਸਾਂਝ ਤਾਂ ਪਹਿਲਾਂ ਹੀ ਸੀ ਵੈਸੇ ਗਦਰੀ ਬਾਬੇ ਮੇਲੇ ਤੋਂ, ਪਰ ਜਦੋਂ ਹੁਣ ਸ਼ੁਰੂ ਹੁੰਦਾ ਹੈ ਤੇ ਕਿਉਂਕਿ ਪੰਜਾਬ ਦੇ ਵਿੱਚ 2-3 ਲੋਕ ਨੇ ਜਿਹੜੇ ਬਹੁਤ ਵਧੀਆ ਪਾਠਕ ਦੇ ਤੌਰ ਤੇ ਗਿਣੇ ਜਾਂਦੇ ਆ, ਉਹਨਾਂ 'ਚ ਤਰਲੋਚਨ ਇੱਕ ਹੈ। ਤੇ ਤਰਲੋਚਨ ਦੀ ਖਾਸੀਅਤ ਇਹ ਆ ਵੀ ਇਹਨੂੰ ਕਿਸੇ ਨਾਲ ਵੀ ਰਾਬਤਾ ਕਾਇਮ ਕਰਨ ਵਾਸਤੇ ਅੱਖਰ ਚਾਹੀਦੇ ਆ। ਹਾਂਜੀ। ਤੇ ਹੁਣ ਰਾਹੀਂ ਜਿਹੜੇ ਇਹਨੂੰ ਅੱਖਰ ਮਿਲੇ ਤੇ ਉਹ ਰਾਬਤਾ ਇੰਨਾ ਮਜ਼ਬੂਤ ਸਾਡਾ ਹੋ ਗਿਆ ਵੀ ਸਾਡਾ ਜਦੋਂ ਪਰਿਵਾਰਕ ਸਾਂਝ ਵੀ ਹੋ ਗਈ। ਹੁਣ ਵੀ ਮੈਂ ਇਹਨੂੰ ਦੇਖਦਾ ਨਾ, ਤਰਲੋਚਨ ਦੀ ਇੱਕ ਸਿਫਤ ਇਹ ਆ ਵੀ ਇਹ ਨਾ ਵੀ ਕਿਸੇ ਨੂੰ ਜਾਣਦਾ ਹੋਵੇ ਤੇ ਜੇ ਪੜ੍ਹ ਲਵੇ, ਕਿਸੇ ਦੀ ਚੰਗੀ ਲਿਖਤ ਪੜ੍ਹ ਲਵੇ ਤੇ ਇਹ ਖੁਦ ਉਹਨਾਂ ਰਾਬਤਾ ਕਾਇਮ ਕਰ ਦਿੰਦਾ, ਇੱਕ ਰਿਸ਼ਤਾ ਕਾਇਮ ਹੋ ਜਾਂਦਾ ਨਾਲ ਦੇ ਨਾਲ। ਸੋ ਉਦੋਂ ਤੋਂ ਸਾਡਾ ਰਿਸ਼ਤਾ ਤੇ ਉਹ ਪਰਿਵਾਰਕ ਰਿਸ਼ਤੇ ਦੇ ਤੌਰ ਤੇ ਬਹੁਤ ਵਧੀਆ ਨਿਭ ਰਿਹਾ। ਤੇ ਅਲਟੀਮੇਟਲੀ ਇਹ ਆ ਵੀ ਹੁਣ ਰਾਹੀਂ ਕੱਲਾ ਤਰਲੋਚਨ ਨਹੀਂ, ਸਾਰੀ ਦੁਨੀਆ ਦਾ ਜਿਹੜਾ ਪੰਜਾਬੀ ਬੰਦਾ, ਉਹ ਬੰਦਾ ਪੰਜਾਬੀ ਜਿਹੜਾ ਪੰਜਾਬੀ ਬੰਦਾ ਲਫ਼ਜ਼ ਨੂੰ ਪਿਆਰ ਕਰਦਾ, ਸ਼ਬਦ ਨੂੰ ਪਿਆਰ ਕਰਦਾ ਤੇ ਆਪਣੀ ਜਿਹੜੀ ਰਹਿਤ ਲਿਆ ਉਹਨੂੰ ਪਿਆਰ ਕਰਦਾ, ਉਹ ਸਾਡੇ ਨਾਲ ਜੁੜਿਆ। ਇਹੀ ਹੁਣ ਉਹਦੀ ਖਾਸੀਅਤ ਹੈ ਜੀ। ਤੇ ਕਮਲ ਦੋਸਾਂਝ ਦੇ ਨਾਲ ਤੁਹਾਡੀ ਸਾਂਝ ਜਿਹੜੀ ਉਹ ਕਿੱਦਾਂ ਬਣੀ? ਦੇਖੋ, ਕਮਲ ਅਸੀਂ ਕਿਉਂਕਿ ਮੈਂ ਪੰਜਾਬੀ ਦੀ ਪੱਤਰਕਾਰੀ 'ਚ ਸੀਗਾ ਕਾਫੀ ਲੰਬੇ ਸਮੇਂ ਤੋਂ। ਮੇਰਾ ਪੱਤਰਕਾਰੀ ਦਾ ਸਫ਼ਰ ਸ਼ੁਰੂ ਹੁੰਦਾ 1999 ਤੋਂ, ਜਦੋਂ ਮੈਂ ਆਪਣੇ ਪਿੰਡ ਸੀਗਾ ਦੋਸਾਂਝ ਕਲਾਂ, ਤੇ ਦੋਸਾਂਝ ਕਲਾਂ ਤੋਂ ਮੈਂ ਆਪਣਾ ਪੱਤਰਕਾਰੀ ਦਾ ਸਫ਼ਰ ਸ਼ੁਰੂ ਕੀਤਾ ਜਗਬਾਣੀ ਦਾ ਫੀਲਡ ਪੱਤਰਕਾਰ ਦੇ ਤੌਰ ਦੇ ਉੱਤੇ। ਪਰ ਫਿਰ ਮੈਂ 1993 ਦੇ ਵਿੱਚ ਨਵਾਂ ਜ਼ਮਾਨੇ 'ਚ ਗਿਆ। ਨਵੇਂ ਜ਼ਮਾਨੇ 'ਚ ਐਜ਼ ਏ ਸਬ ਐਡੀਟਰ, ਉਪ ਸੰਪਾਦਕ ਦੇ ਤੌਰ 'ਤੇ ਮੇਰੀ ਨਿਯੁਕਤੀ ਹੋਈ ਹੈ। ਅਤੇ ਉੱਥੇ ਮੇਰਾ ਤੁਸੀਂ ਕਹਿ ਸਕਦੇ ਹੋ ਪੱਤਰਕਾਰੀ ਦਾ ਗੁਰੂ ਜਿਹੜਾ ਇੰਦਰਜੀਤ ਚੁਗਾਮਾ, ਉਹ ਉਦੋਂ ਉੱਥੇ ਸਮਾਚਾਰ ਸੰਪਾਦਕ ਹੁੰਦੇ ਸੀ, ਅੱਜ ਕੱਲ੍ਹ ਉਹ ਅਮਰੀਕਾ। ਅਤੇ ਉਸ ਤੋਂ ਬਾਅਦ ਪੱਤਰਕਾਰੀ ਦਾ ਜੀਵਨ ਜਿਹੜਾ ਮੇਰਾ ਅੱਗੇ ਚੱਲਦਾ ਦੇਸ਼ ਸੇਵਕ ਤੱਕ ਆਉਂਦਾ ਹੈ। ਦੇਸ਼ ਸੇਵਕ ਅਖਬਾਰ ਜਿਹੜੀ ਆ ਉਹ 1996 ਪਹਿਲੀ ਜਨਵਰੀ 1996 ਨੂੰ ਆਉਂਦੀ ਹੈ।
ਤੇ ਉਹ ਕਿਉਂਕਿ ਇੱਕ ਕਿਸਮ ਦੀ ਪਾਰਟੀ ਨੇ ਅਖਬਾਰ ਸ਼ੁਰੂ ਕੀਤੀ ਸੀ ਤੇ ਅਸੀਂ ਪਾਰਟੀ 'ਚ ਕੰਮ ਕਰਨ ਵਾਲੇ ਲੋਕ ਸੀ। ਸਟੂਡੈਂਟ ਫੈਡਰੇਸ਼ਨ ਆਫ ਇੰਡੀਆ 'ਚ SFI ਦਾ ਜਿੱਦਾਂ ਜ਼ਿਕਰ ਕੀਤਾ ਤਰਲੋਚਨ ਨੇ, ਤੇ ਮੇਰੀ ਜ਼ਿੰਮੇਵਾਰੀ ਲਾਈ ਗਈ ਵੀ ਤੁਸੀਂ ਉਸ ਅਖਬਾਰ 'ਚ ਜਾ ਕੇ ਕੰਮ ਕਰੋ, ਤੇ ਮੈਨੂੰ ਬੁਲਾਇਆ ਗਿਆ। ਉੱਥੇ ਜਦੋਂ ਮੈਂ ਗਿਆ ਉਸ ਤੋਂ ਪਹਿਲਾਂ ਹੀ ਮੈਂ 13 ਨਵੰਬਰ 1995 ਨੂੰ ਦੇਸ਼ ਸੇਵਕ ਦੇ ਦਫ਼ਤਰ ਗਿਆ, ਯਾਨੀ ਉਹ ਪਹਿਲਾਂ ਡੰਮੀ ਕੱਢਦੇ ਹੁੰਦੇ ਸੀ। ਤੇ ਮੇਰੇ ਤੋਂ 1 ਮਹੀਨਾ ਪਹਿਲਾਂ ਹੀ ਕਮਲ ਦੋਸਾਂਝ ਵੀ ਉੱਥੇ ਪਹੁੰਚੇ ਹੋਏ ਸੀ ਉਪ ਸੰਪਾਦਕ ਦੇ ਤੌਰ ਤੇ। ਗੁਲਜ਼ਾਰ ਸਿੰਘ ਸੰਧੂ ਸਾਡੇ ਪਹਿਲੇ ਸੰਪਾਦਕ ਸੀ, ਤੇ ਉਹ ਆਪਣੇ ਸਾਰੇ ਵਿਦਿਆਰਥੀ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਉਹਨਾਂ ਕੋਲ ਪੜ੍ਹਦੇ ਸੀ, ਉਹ ਸਾਰੇ ਵਿਦਿਆਰਥੀਆਂ ਨੂੰ ਲੈ ਆਏ ਸੀ। ਉਹ 'ਚ ਕਮਲ ਦੋਸਾਂਝ ਵੀ ਸੀ, ਉਹ 'ਚ ਦਵੀ ਦੇਵੇਂਦਰ ਵੀ ਸੀ, ਉਹ 'ਚ ਸ਼ਮੀਲ ਵੀ ਸੀ, ਇਸ ਤਰ੍ਹਾਂ ਦੇ ਸਾਰੇ ਲੋਕ ਲੈ ਕੇ ਆਏ ਸੀ। ਤੇ ਕਮਲ ਉੱਥੇ ਸੀ। ਉੱਥੇ ਸਾਡੀਆਂ ਅੱਖਾਂ ਇੱਕ ਦੂਜੇ ਨਾਲ ਮਿਲੀਆਂ ਤੇ ਉਹ ਅੱਖਾਂ ਦੇ ਵਿੱਚ ਮੁਹੱਬਤ ਸੀ, ਤੇ ਉਸ ਮੁਹੱਬਤ ਨੇ ਸਾਡਾ ਜਿਹੜਾ ਹੁਣ ਹੈ ਉਹਨਾਂ ਅੱਖਾਂ 'ਚ ਮੁਹੱਬਤ ਬਹੁਤ ਜ਼ਿਆਦਾ ਉਹ ਮੁਹੱਬਤ ਇਹ ਤਾਂ ਹੁਣ ਕਮਲ ਦੱਸ ਸਕਦੇ ਆ। ਕਿੰਨੇ ਸਾਲ ਹੋ ਗਏ ਇਸ ਗੱਲ ਨੂੰ? ਹੁਣ 22 ਸਾਲ ਹੋ ਜਾਣੇ ਆ ਜੀ, ਅਗਲੀ 29 ਤਰੀਕ ਨੂੰ ਅਗਸਤ ਨੂੰ 29 ਅਗਸਤ ਨੂੰ ਸਾਡੇ 22 ਸਾਲ ਹੋ ਜਾਣੇ ਆ। ਤੇ ਉਹ ਮੁਹੱਬਤ ਹੈ, ਤੇ ਮੁਹੱਬਤ ਦੇ ਨਾਲ ਨਾਲ ਸਾਂਝ ਜਿਹੜੀ ਇੱਕ ਤਾਂ ਤੁਹਾਡੇ ਕਿੱਤੇ ਦੀ ਸਾਂਝ ਹੋ ਗਈ, ਇੱਕੋ ਜਿਹਾ ਤੁਸੀਂ ਸੋਚਦੇ ਆ। ਫਿਰ ਵਿਚਾਰਧਾਰਕ ਤੌਰ ਦੇ ਉੱਤੇ, ਆਈਡੀਓਲੋਜੀ ਦੇ ਲੈਵਲ ਦੇ ਉੱਤੇ ਜਦੋਂ ਇਹ ਮੈਨੂੰ ਮਿਲੇ ਉਦੋਂ ਸ਼ਾਇਦ ਉੱਦਾਂ ਨਹੀਂ ਸੀ ਸੋਚਦੇ ਜਿੱਦਾਂ ਅਸੀਂ ਸੋਚਦੇ ਹਾਂ, ਪਰ ਉਸ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਜਦੋਂ ਸਾਡੀਆਂ ਰਲੀਆਂ ਮਿਲੀਆਂ ਤੇ ਇਹਨਾਂ ਨੂੰ ਵੀ ਲੱਗਾ ਵੀ ਸਾਡੀ ਜਿਹੜੀ ਸਮਝਦਾਰੀ ਆ ਦੁਨੀਆ ਨੂੰ ਸਮਝਣ ਦੀ, ਸਮਾਜ ਨੂੰ ਸਮਝਣ ਦੀ, ਉਹ ਸ਼ਾਇਦ ਬਾਕੀ ਜਿਹੜੀਆਂ ਚੀਜ਼ਾਂ ਉਹ ਤੋਂ ਥੋੜੀ ਬਿਹਤਰ ਹੈ। ਸੋ ਇਹਨਾਂ ਦੀ ਸਮਝਦਾਰੀ ਵੀ ਲਗਭਗ ਸਾਡੇ ਵਰਗੀ ਸਮਝਦਾਰੀ ਹੋ ਗਈ, ਤੇ ਫਿਰ ਉਹਦੇ ਕਰਕੇ ਸਾਡਾ ਨਿਭਾਅ ਜਿਹੜਾ ਬੜਾ ਵਧੀਆ ਚੱਲ ਰਿਹਾ। ਬਾਕੀ ਇਹ ਕਮਲ ਦੱਸਣ ਵਿਚਾਰਾਂ ਦੀ ਜਿਹੜੀ ਸਾਂਝ ਆ, ਇੱਕ ਸੁਰਤਾ ਉਹ ਜ਼ਰੂਰੀ ਹੈ ਨਾ ਜ਼ਿੰਦਗੀ ਦੀ ਸਫ਼ਰ ਵਾਸਤੇ। ਕਮਲ ਤੁਸੀਂ ਦੱਸਿਓ ਕਿੱਦਾਂ ਸੁਸ਼ੀਲ ਤੁਹਾਨੂੰ ਚੰਗੇ ਲੱਗੇ ਹੁਣ ਉਹਨਾਂ 'ਚ, ਉਦੋਂ ਤੋਂ ਲੈ ਕੇ ਹੁਣ ਦੇ ਵਿੱਚ, ਹੁਣ ਦੇ ਮਾਮਲੇ 'ਚ ਨਹੀਂ ਸਿਰਫ ਹੁਣ ਨਾਓ, ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਫਰਕ ਉਹਨਾਂ ਦੇ ਵਿੱਚ ਆਇਆ ਹੋਵੇ? ਫਰਕ ਅਸਲ 'ਚ ਜਦੋਂ ਸਾਡੀ ਮੁਲਾਕਾਤ ਹੋਈ ਹੈ, ਪਸੰਦ ਆਉਣ ਦਾ ਕਾਰਨ ਇੱਕੋ ਹੀ ਸੀ ਵੀ ਇਹ ਮਿਹਨਤ ਬਹੁਤ ਜ਼ਿਆਦਾ ਕਰਦੇ ਸੀ। ਇੱਕ ਇਹਨਾਂ 'ਚ ਇਮਾਨਦਾਰੀ, ਕਿਸੇ ਵੀ ਕੰਮ ਲਈ ਕਮਿਟਮੈਂਟ, ਇਹ ਤਿੰਨ ਚੀਜ਼ਾਂ ਕਿਉਂਕਿ ਮੈਨੂੰ ਚੰਗੀਆਂ ਲੱਗਦੀਆਂ ਤੇ ਇਹਨਾਂ 'ਚ ਵੀ ਸੀ। ਇਸੇ ਸੁੱਟ ਕੇ ਦਿਨ ਰਾਤ ਇਹ ਕੰਮ ਕਰਦੇ ਸੀ, ਮਿਹਨਤ ਕਰਦੇ ਸੀ। ਜਦੋਂ ਅਸੀਂ ਵਿਆਹ ਵੀ ਕਰਾਉਣਾ ਸੀਗਾ ਤੇ ਥੋੜੇ ਬਹੁਤੇ ਜਿਵੇਂ ਇਤਰਾਜ਼ ਹੁੰਦੇ ਨੇ ਵੀ ਮੁੰਡਾ ਕੁਛ ਨਹੀਂ ਕਮਾਉਂਦਾ, ਥੋੜੀ ਬਹੁਤੇ ਉੱਥੇ ਦੇਸ਼ ਸੇਵਕ 'ਚ ਉਦੋਂ ਇਹਨਾਂ ਦੀ 2800 ਰੁਪਇਆ ਤਨਖਾਹ ਹੁੰਦੀ, 3000 ਆਈ ਥਿੰਕ ਸੀਗੇ ਕੁਛ। ਪਰ ਮੈਨੂੰ ਇਹ ਲੱਗਦਾ ਸੀਗਾ ਵੀ ਬੰਦਾ ਜਿੰਨੀ ਮਿਹਨਤ ਕਰਦਾ ਨਾ ਭੁੱਖੀ ਨਹੀਂ ਮਰਨ ਲੱਗੀ। ਮੇਰੇ ਲਈ ਇੰਨੇ ਕੀ ਗੁਜ਼ਾਰਾ ਬਹੁਤ ਹੈ। ਦੂਜਾ ਧਰਮ ਦਾ ਵੀ ਮਾਮਲਾ ਸੀ, ਧਰਮ ਦਾ ਮਾਮਲਾ ਹੋਏਗਾ, ਧਰਮ ਦਾ ਵੀ ਖਾਸ ਮੈਰਿਜ ਹੋ ਗਈ ਕਿਉਂਕਿ ਮੈਂ ਵੀ ਅਸਲ 'ਚ ਬਹੁਤੀ ਮੈਂ ਕੋਈ ਧਾਰਮਿਕ ਨਹੀਂ ਹੈਗੀ। ਮੇਰਾ ਪਰਿਵਾਰ ਜ਼ਰੂਰ ਸੀਗਾ, ਗੁਰਦੁਆਰੇ ਵਗੈਰਾ ਜਾਣਾ ਡੇਲੀ, ਤੇ ਮੈਂ ਨਹੀਂ ਗੁਰਦੁਆਰੇ ਕਦੇ ਜਾਣਾ ਨਾ ਮੰਦਿਰ ਜਾਣਾ, ਉਹ ਹੁਣ ਵੀ ਨਹੀਂ। ਅਸੀਂ ਸਾਡੇ ਘਰ 'ਚ ਵੀ ਹੁਣ ਕੋਈ ਤੁਹਾਨੂੰ ਧਾਰਮਿਕ ਕੋਈ ਤਸਵੀਰ ਨਹੀਂ ਦਿਸੂਗੀ। ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ, ਅਸੀਂ ਕਿਤਾਬਾਂ ਨੂੰ ਉਹਨੂੰ ਧਰਮ ਮੰਨਦੇ ਆ ਵੀ ਜੇ ਤੁਸੀਂ ਉਹ ਲੋਕਾਂ ਦੀ ਰਿਸਪੈਕਟ ਕਰਦੇ ਹੋ ਨਾ, ਇੱਕ ਦੂਜੇ ਦੀ ਰਿਸਪੈਕਟ ਕਰਦੇ ਹੋ, ਉਹੀ ਸਭ ਤੋਂ ਵੱਡਾ ਇੱਕ ਮੈਂ ਬੜੀ ਪਿਆਰੀ ਗੱਲ ਤੁਹਾਨੂੰ ਦੱਸਦਾ ਵੀ ਕਿਉਂਕਿ ਜਿੱਦਾਂ ਇਹਨਾਂ ਨੇ ਹੁਣੇ ਦੱਸਿਆ ਵੀ ਅਸੀਂ ਕਦੇ ਕਿਸੇ ਮੰਦਿਰ ਨਹੀਂ ਗਏ, ਕਿਸੇ ਗੁਰਦੁਆਰੇ ਨਹੀਂ ਗਏ, ਇੰਟੈਂਸ਼ਨਲੀ ਨਹੀਂ ਗਏ, ਉੱਧਰ ਤਾਂ ਜਾਣਾ ਹੀ ਹੁੰਦਾ। ਤੁਸੀਂ ਕਈ ਵਾਰੀ ਕੋਈ ਸਮਾਗਮ ਹੋ ਜਾਂਦੇ ਆ, ਕੋਈ ਵਿਆਹ ਦਾ ਸਮਾਗਮ ਹੈ, ਕਈ ਵਾਰੀ ਤੁਹਾਨੂੰ ਆਪਣੇ ਬਜ਼ੁਰਗਾਂ ਕਰਕੇ ਵੀ ਜਾਣਾ ਪੈਂਦਾ। ਜਿਵੇਂ ਸਾਡੇ ਬੀਜੀ ਆ, ਉਹਨਾਂ ਨੇ ਬੀਬੀ ਉਹਨਾਂ ਨੇ ਜਠੇਰੇ ਜਾਣਾ, ਅਸੀਂ ਉੱਥੇ ਵੀ ਮੱਥਾ ਟੇਕ ਆਣਾ ਵੀ ਨਹੀਂ, ਵੱਡਿਆਂ ਦੀ ਜੇ ਰੂਹ ਕਰਦੀ ਹੈ ਮੱਥਾ ਟੇਕ। ਮਤਲਬ ਅਸੀਂ ਜਿਹੜਾ ਕੋਈ ਸ਼ਰਧਾਬੰਦ ਬੰਦਾ ਉਹਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ, ਉਹਨਾਂ ਦੀ ਸ਼ਰਧਾ ਹੈ, ਜੇ ਸਾਡੇ ਪਰਿਵਾਰ ਦੀ ਸ਼ਰਧਾ ਹੈ, ਜੋ ਸਾਨੂੰ ਕਹਿੰਦੇ ਆ ਜਾਓ ਅਸੀਂ ਜਾਓਗੇ, ਅਸੀਂ ਇਸ ਮਾਮਲੇ 'ਚ ਕੱਟਣ ਨਹੀਂ ਹੈ। ਪਰ ਸਾਡੇ ਮਨ 'ਚ ਕੋਈ ਏਦਾਂ ਦੀ ਸ਼ਰਧਾ ਨਹੀਂ ਕਿਸੇ ਬਾਰੇ ਵੀ। ਪਰ ਜਿਹੜੀ ਮੈਂ ਬੜੀ ਖੂਬਸੂਰਤ ਗੱਲ ਦੱਸਣੀ ਹੈ ਤੁਹਾਨੂੰ ਇਹ ਆ ਵੀ ਜਦੋਂ ਅਸੀਂ ਵਿਆਹ ਕਰਾਇਆ, ਅਸੀਂ 34 ਸੈਕਟਰ ਚੰਡੀਗੜ੍ਹ ਰਹਿੰਦੇ ਸੀਗੇ, ਤੇ ਹਾਲਾਤ ਇਹ ਹੋ ਗਏ ਵੀ ਮੈਨੂੰ ਦੇਸ਼ ਸੇਵਕ 'ਚੋਂ ਕੱਢ ਦਿੱਤਾ ਗਿਆ। ਮੇਰੀ ਉਹ ਇਹਦੀ ਬਾਅਦ 'ਚ ਗੱਲ ਕਰ ਲਾਂਗੇ। ਮੈਨੂੰ ਕੱਢਿਆ ਗਿਆ ਵੈਸੇ ਹਰ ਥਾਂ ਤੋਂ, ਨਵੇਂ ਜ਼ਮਾਨੇ 'ਚ ਵੀ ਮੈਨੂੰ ਕੱਢਿਆ ਗਿਆ, ਨਵੇਂ ਜ਼ਮਾਨੇ 'ਚ ਵੀ ਕੱਢਿਆ ਗਿਆ, ਦੇਸ਼ ਸੇਵਕ 'ਚ ਵੀ ਕੱਢਿਆ ਗਿਆ। ਤੇ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਕੋਈ ਬਾਗੀਆਨਾ ਸੁਭਾਅ ਮੇਰਾ ਹੈਗਾ, ਜਿਹਦੇ ਕਰਕੇ ਮੈਨੂੰ ਕੱਢਿਆ ਜਾਂਦਾ। ਇਹਦੇ ਬਾਰੇ ਫੇਰ ਵੀ ਆਪਾਂ ਗੱਲ ਕਰ ਲਾਂਗੇ ਜੇ ਲੋੜ ਹੋਈ। ਪਰ ਵੈਸੇ ਕਿਹਦੇ ਨਾਲੇ ਵੀ ਹੁੰਦਾ ਵੀ ਉਹ ਦੂਜੇ ਕਹਿੰਦੇ ਨੇ ਵੀ ਕੁੱਬੇ ਦੇ ਲੱਤ ਵਜੇ ਰਾਸ ਆਉਂਦੀ ਹੈ, ਜਦੋਂ ਕੱਢੇ ਜੇ ਦੇਸ਼ ਵਿੱਚ ਹੀ ਬੈਠੇ ਰਹਿੰਦੇ ਤਾਂ ਸ਼ਾਇਦ ਇੱਥੇ ਤੱਕ ਨਹੀਂ ਸੀ ਪਹੁੰਚਣਾ। ਚਲੋ ਇਹ ਅਗਲਾ ਸਫ਼ਰ ਹੈ। ਪਰ ਜਿਹੜੀ ਮੈਂ ਖੂਬਸੂਰਤ ਗੱਲ ਦੱਸਣੀ ਚਾਹੁੰਦਾ ਵੀ ਜਦੋਂ ਦੇਸ਼ ਸੇਵਕ 'ਚੋਂ ਮੈਨੂੰ ਕੱਢ ਦਿੱਤਾ ਗਿਆ, ਕਮਲ ਨੇ ਪਹਿਲੇ ਨੌਕਰੀ ਛੱਡਤੀ ਸੀ ਦੇਸ਼ ਸੇਵਕ ਦੀ ਜਦੋਂ ਬੇਟਾ ਸਾਡੇ ਅਜ਼ਲ ਹੋਇਆ,
ਇਹਨਾਂ ਨੇ ਕਿਹਾ ਵੀ ਮੈਂ ਆਪਣੇ ਬੱਚੇ ਨੂੰ ਨਾ ਕ੍ਰੈਚ 'ਚ ਨਹੀਂ ਪੜਾਉਣਾ, ਵੀ ਮੈਂ ਮਤਲਬ ਉੱਥੇ ਨਹੀਂ ਕ੍ਰੈਚ 'ਚ ਨਹੀਂ ਛੱਡਣਾ। ਤੇ ਕਿਉਂਕਿ ਸਾਡੇ ਸ਼ਹਿਰਾਂ 'ਚ ਕ੍ਰੈਚ ਕਲਚਰ ਆ, ਵੀ ਹਸਬੈਂਡ ਵਾਈਫ ਕੰਮ ਕਰਦੇ ਆ, ਜੌਬ ਤੇ ਆ, ਤੇ ਬੱਚੇ ਕ੍ਰੈਚ 'ਚ ਆ। ਤੇ ਕਮਲ ਨੇ ਕਿਹਾ ਵੀ ਮੈਂ ਨਹੀਂ ਆਪਣਾ ਬੇਟਾ ਕ੍ਰੈਚ 'ਚ ਛੱਡਣਾ, ਵੀ ਮੈਂ ਤਾਂ ਆਪੇ ਦੇਖੂੰਗੀ। ਤੇ ਇਹਨੇ ਨੌਕਰੀ ਛੱਡਤੀ, ਮੈਨੂੰ ਕੱਢ ਦਿੱਤਾ ਗਿਆ। ਅਸੀਂ ਸੜਕ ਤੇ ਆ ਗਏ। ਅਸੀਂ ਸੜਕ ਤੇ ਆ ਗਏ। 34 'ਚ ਅਸੀਂ ਰਹਿੰਦੇ ਸੀ, ਤੇ ਜਿੱਥੇ ਅੱਜ ਕੱਲ ਮੋਹਨ ਭੰਡਾਰੀ ਰਹਿੰਦੇ ਆ, ਉਸ ਕਮਰੇ 'ਚ ਅੱਜ ਕੱਲ ਮੋਹਨ ਭੰਡਾਰੀ ਹੋਰੀ ਰਹਿੰਦੇ ਆ। ਉਹ ਵੀ ਬੜੀ ਖੂਬਸੂਰਤ ਗੱਲ, ਅੱਗੇ ਜਾ ਕੇ ਦੱਸੂਗਾ। ਤੇ ਬੜੀ ਔਖੇ ਹਾਲਾਤ ਸੀਗੇ, ਘਰ 'ਚ ਖਾਣ ਲਈ ਕੁਝ ਨਹੀਂ, ਆਟਾ ਵੀ ਖਤਮ ਹੋ ਗਿਆ। ਅਸੀਂ ਸੋਚਿਆ ਵੀ ਚਲੋ ਅੱਜ ਗੁਰਦੁਆਰੇ ਜਾ ਕੇ ਖਾਵਾਂਗੇ। 34 ਸੈਕਟਰ ਬੜਾ ਵੱਡਾ ਗੁਰਦੁਆਰਾ, ਤੇ ਅਸੀਂ ਗੁਰਦੁਆਰੇ ਉਦਣ ਗਏ, ਉੱਥੇ 24 ਘੰਟੇ ਲੰਗਰ ਚੱਲਦਾ। ਪਰ ਜਿੱਦਣ ਅਸੀਂ ਗਏ ਉੱਥੇ ਲੰਗਰ ਹੀ ਨਾ ਤੇ ਮੈਂ ਆ ਕੇ ਕਮਲ ਨੂੰ ਕਿਹਾ, ਮੈਂ ਕਮਲ ਆਪਾਂ ਨਾਸਤਕ ਬੰਦੇ ਆ। ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਨਾਸਤਕ ਆ, ਤੇ ਅੱਜ ਨਹੀਂ ਲੰਗਰ ਰੋਣਾ ਇਹਨਾਂ ਵਾਸਤੇ। ਚਲੋ ਖੈਰ ਉਹਨੂੰ ਹੁਣ ਤੇ ਬੇਸ਼ੱਕ ਹੱਸਣ ਡਏ ਆਪਾਂ, ਪਰ ਉਦੋਂ ਕੀ ਹਾਲਤ ਹੋਈ? ਉਦੋਂ ਹਾਲਾਤ ਪਰ ਅਸੀਂ ਇੱਕ ਗੱਲ ਇਹ ਜ਼ਰੂਰ ਸੀ ਕਿ ਅਸੀਂ ਕਦੇ ਰੋਏ ਨਹੀਂ ਸੀ। ਹਾਂ, ਅਸੀਂ ਕਹਿਣਾ ਚਲੋ ਹੱਸ ਕੇ ਨਿਕਲ ਜਾਣਾ। ਬਹੁਤ ਵਾਰੀ ਏਦਾਂ ਦੇ ਦਿਨ ਆਏ ਆ, ਸਾਡੇ ਕੋਲ ਪੰਜੀ ਨਹੀਂ ਸੀ ਹੁੰਦੀ। ਕਈ ਵਾਰੀ ਇੱਕ ਵਾਰੀ ਸਾਡੇ ਕੋਲ ਜੇਬ 'ਚ 3000, ਉਹ ਵੀ ਸਾਡਾ ਡਿੱਗ ਗਿਆ ਬਸ 'ਚ। ਪਰ ਅਸੀਂ ਉਦਾਸ ਨਹੀਂ ਕਦੇ ਹੋਏ। ਗਦਰੀ ਬਾਬੇ ਦੇ ਮੇਲੇ ਦਾ ਜ਼ਿਕਰ ਕੀਤਾ ਇਹਨਾਂ ਨੇ ਹੁਣੇ, ਤਰਲੋਚਨ ਹੋਰਾਂ ਨੇ। ਅਸੀਂ ਗਦਰੀ ਬਾਬੇ ਦੇ ਮੇਲੇ ਤੇ ਆਏ, ਤੇ ਸਾਡੇ ਕੋਲ ਘਰ ਦਾ ਜਿਹੜਾ ਕਿਰਾਇਆ ਦੇਣ ਲਈ ਪੈਸੇ ਨਹੀਂ ਸੀ। ਤੇ ਉਦੋਂ ਸਾਡਾ ਕਿਰਾਇਆ ਸੀ 3500 ਰੁਪਇਆ। ਚੰਡੀਗੜ੍ਹ 27 ਸੈਕਟਰ 'ਚ ਅਸੀਂ ਰਹਿੰਦੇ ਸੀ। ਤੇ ਤਰਲੋਚਨ ਵਰਗੇ ਮੇਰੇ ਇੱਕ ਦੋਸਤ ਨੇ ਮੈਨੂੰ ਉਹ ਪੈਸੇ ਦਿੱਤੇ ਵੀ ਤੂੰ ਕੋਈ ਨਹੀਂ, ਮੈਂ ਤੇਰੇ ਨਾਲ, ਤੂੰ ਹਾਲ ਲੈ ਜਾ ਪੈਸੇ। 4000 ਰੁਪਇਆ ਉਹਨੇ ਦਿੱਤਾ ਵੀ ਜਾ ਕੇ ਕਿਰਾਇਆ ਆਪਣਾ ਦਿਓ, ਕੋਈ ਗੱਲ ਨਹੀਂ। ਤੇ ਜਦੋਂ ਅਸੀਂ ਗਏ ਤੇ ਉੱਥੋਂ ਸਕੂਟਰ ਚੱਕਿਆ ਬੱਸ ਸਟੈਂਡ ਤੋਂ ਸ਼ਾਇਦ, ਤੇ ਉਹ ਪੈਸੇ ਡਿੱਗ ਗਏ। ਤੇ ਅਸੀਂ ਫੇਰ ਪਰੇਸ਼ਾਨੀ 'ਚ ਵੀ ਇਹ ਹੁਣ ਕੀ ਹੋਊਗਾ। ਤੇ ਪਰ ਫਿਰ ਵੀ ਜ਼ਿੰਦਗੀ ਚੱਲੀ ਗਈ। ਜਲੰਧਰ 'ਚ ਇੱਕ ਵਾਰੀ ਅਸੀਂ ਰਹਿੰਦੇ ਸੀ, ਜਦੋਂ ਜਲੰਧਰ 2 ਸਾਲ ਵਾਸਤੇ ਆਏ ਸੀ, ਉਦੋਂ ਵੀ ਸਾਡੇ ਨਾਲ ਇੱਦਾਂ ਦੇ ਹਾਲਾਤ ਸੀਗੇ, ਬਹੁਤ ਬੁਰੇ ਹਾਲਾਤ ਸੀ। ਉਦੋਂ ਮੈਂ ਸੰਗਰਾਮੀ ਲਹਿਰ, ਜਿਹੜੀ RMPI ਅੱਜ ਕੱਲ੍ਹ ਪਾਰਟੀ ਦਾ ਨਾਂ ਹੈ, ਉਦੋਂ CPM ਪੰਜਾਬ ਸੀ, ਮੰਗਤ ਧਰਮ ਪਾਸਲੇ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਸੀ। ਉਹਦਾ ਜਿਹੜਾ ਪੇਪਰ ਆ ਸੰਗਰਾਮੀ ਲਹਿਰ, ਉਹਦਾ ਮੈਨੂੰ ਉਹਨਾਂ ਨੇ ਸਹਾਇਕ ਸੰਪਾਦਕ ਲਾ ਲਿਆ। 3000 ਰੁਪਏ ਮੇਰਾ ਉਹਨਾਂ ਨੇ ਵੇਜ ਰੱਖੀ। ਤੇ ਸਾਡੇ ਕੋਲ ਬੱਚਿਆਂ ਦੀ ਫੀਸਾਂ ਦੇਣ ਲਈ ਵੀ ਨਹੀਂ ਸੀ ਪੈਸੇ ਹੁੰਦੇ, ਇੱਕ ਦਿਨ ਕਿਰਾਏ ਦੇਣ ਲਈ ਵੀ ਪੈਸੇ ਨਹੀਂ, ਤੇ 200 ਰੁਪਇਆ ਸਿਰਫ ਜੇਬ 'ਚ। ਪਰ ਉਹਦੇ ਬਾਵਜੂਦ ਮਾਡਲ ਟਾਊਨ ਜਲੰਧਰ ਘੁੰਮ ਰਿਹਾ, ਅਸੀਂ ਜ਼ਿੰਦਗੀ ਨੂੰ ਇੰਜੋਏ ਕੀਤਾ ਉਸ 200 ਰੁਪਏ 'ਚ। ਇਹ ਕਹਿ ਕੇ ਕੋਈ ਗੱਲ ਨਹੀਂ, ਕਿਰਾਇਆ ਦਿੱਤਾ ਜਾਂਦਾ ਰਹੂਗਾ। ਅਸੀਂ 200 ਰੁਪਏ ਨਾਲ ਆਪਣੀ ਵਧੀਆ ਰੈਸਟੋਰੈਂਟ 'ਚ ਰੋਟੀ ਖਾਧੀ। ਸਵੇਰੇ ਕਿਰਾਏ ਦਾ ਪ੍ਰਬੰਧ ਤਰਲੋਚਨ ਵਰਗੇ ਮਿੱਤਰ ਨੇ ਕਰਤਾ। ਇੰਨੀਆਂ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਪਰ ਅਸੀਂ ਹੱਸ ਕੇ ਜ਼ਿੰਦਗੀ ਨੂੰ ਗੁਜ਼ਾਰਿਆ। ਹੁਣ ਵੀ ਇੱਦਾਂ ਹੀ ਆ, ਹੁਣ ਵੀ ਕੋਈ ਅਸੀਂ ਬਹੁਤੇ ਸੌਖੇ ਨਹੀਂ ਆ। ਮੈਗਜ਼ੀਨ ਕੱਢਣਾ ਕੁਝ, ਹੁਣ ਮੈਗਜ਼ੀਨ ਕੱਢਣਾ, ਐਡਾ ਵੱਡਾ ਮੈਗਜ਼ੀਨ ਕੱਢਣਾ, ਉਹਦੇ ਜਿਹੜੇ ਫਾਈਨਾਂਸ ਦਾ ਪ੍ਰਬੰਧ ਕਰਨਾ ਕੋਈ ਛੋਟੀ ਗੱਲ ਨਹੀਂ ਹੈ। ਲੋਕਾਂ ਨੂੰ ਲੱਗਦਾ ਵੀ ਹੁਣ ਕੋਈ ਪੈਸੇ ਬੜੇ ਆ। ਹੁਣ ਦੇ ਜਿਹੜੇ ਸੰਪਾਦਕ ਨੇ, ਉਹਦੇ 'ਚ ਸੰਪਾਦਕੀ ਮੰਡਲ 'ਚ ਬਹੁਤ ਸਾਰੇ ਦੋਸਤ ਨੇ ਇੱਧਰੋਂ ਉੱਧਰੋਂ, ਵੀ ਬੜਾ ਇਹਨਾਂ ਕੋਲ ਪੈਸਾ ਹੈ। ਪਰ ਜਿਹੜੇ ਕੰਮ ਕਰ ਰਹੇ ਨੇ ਸਾਡੇ ਕਾਮੇ, ਚਾਹੇ ਰਵਿੰਦਰ ਸਹਿਰਾ ਹੋਵੇ ਜਾਂ ਕੀਰਤਮੀਤ ਹੋਵੇ ਜਾਂ ਸੁਸ਼ੀਲ ਦੁਸਾਂਝ ਜਾਂ ਕਮਲ ਦੁਸਾਂਝ ਹੋਵੇ ਜਾਂ ਸੁਰਿੰਦਰ ਸੋਹਲ ਹੋਵੇ, ਜਾਂ ਜਿਹਨਾਂ ਦੇ ਨਾਂ ਨਹੀਂ ਛਪਦੇ, ਉਹ ਚਾਹੇ ਤਰਲੋਚਨ ਹੋਵੇ, ਚਾਹੇ ਜਸਵਿੰਦਰ ਹੋਵੇ ਜਾਂ ਦਰਸ਼ਨ ਬੁੱਟਰ ਹੋਵੇ, ਉਹਨਾਂ ਨੂੰ ਪਤਾ ਹੈ ਕਿ ਹੁਣ ਕਿੱਦਾਂ ਨਿਕਲਦਾ। ਜਿਹੜੇ ਸਧਾਰਨ ਪਾਠਕ ਨੇ ਜਾਂ ਜਿਹੜੇ ਸਧਾਰਨ ਲੇਖਕ ਦੋਸਤ ਨੇ, ਉਹਨਾਂ ਨੂੰ ਲੱਗਦਾ ਵੀ ਹੁਣ ਤਾਂ ਬਹੁਤ ਉਮੀਦ ਪਰਚਾ ਹੈ। ਲੋਕ ਕਹਿ ਵੀ ਦਿੰਦੇ ਨੇ ਕਿ 50 ਲੱਖ ਤਾਂ ਜੰਡਿਆਲ ਵੀ ਹੋਣੀ ਇਹਨਾਂ ਦੀ ਬੈਂਕ 'ਚ ਕਰਾ ਕੇ ਗਏ ਨੇ, ਜਿੱਤੇ ਇੱਕ ਫਲੈਟ ਵੀ ਹੁੰਦੇ ਨਾਂ ਤੇ ਕਰਾ ਕੇ ਗਏ। ਇਹ ਤਾਂ ਸੰਜੀਤ ਭੱਟੀ ਸਾਡਾ ਮਿੱਤਰ ਹੈ, ਉਹਨੇ ਪਿਛਲੇ ਹੁਣ ਦੇ ਸਮਾਗਮ 'ਚ ਕਹਿਤਾ, ਉੱਥੋਂ ਬੋਲਦਿਆਂ ਉਹਨਾਂ ਦੀ ਹਾਜ਼ਰੀ 'ਚ ਤਾਜ ਜੰਡਿਆਲ ਵੀ ਦੇ ਜੀਵਨ ਸਾਥਣ ਬੈਠੀ ਸੀ, ਸਾਰੀ ਫੈਮਿਲੀ ਬੈਠੀ ਸੀ। ਉਹਨੇ ਹਾਜ਼ਰੀ 'ਚ ਕਹਿਤਾ ਵੀ ਉਹ ਤਾਜ ਜੰਡਿਆਲ ਵੀ ਜੀ 50 ਲੱਖ ਰੁਪਇਆ ਛੱਡ ਗਏ ਨੇ ਹੁਣ ਲਈ, ਇੱਕ ਫਲੈਟ ਹੋਣ ਦੇ ਨਾਂ ਤੇ ਹੈ। ਤੇ ਫਲੈਟ ਉਹਨਾਂ ਨੇ, ਉਹਨਾਂ ਦੀ ਵਾਈਫ ਨੇ ਖਰੀਦਿਆ ਹੋਇਆ, ਉੱਥੇ ਸਾਡੇ ਨਾਲ ਹੀ ਘਰ ਹੈ। ਉਹਨਾਂ ਦਾ ਆਪਣਾ ਲੋਕਾਂ ਨੂੰ ਪਤਾ ਨਹੀਂ, ਪਰ ਲੋਕਾਂ ਦੇ ਮਨ 'ਚ ਭੁਲੇਖਾ। ਚਲੋ ਭੁਲੇਖਾ ਵੀ ਚੰਗਾ ਹੀ ਆ, ਚੰਗਾ ਕੋਈ ਗੱਲ ਨਹੀਂ, ਇਹ ਬਣਿਆ ਰਹਿਣਾ ਚਾਹੀਦਾ ਜੀ। ਮੇਰਾ ਜਿਹੜਾ ਸਰਕਲ ਵਾ, ਮੇਰੇ ਸਰਕਲ ਵੀ ਆਮ ਤੌਰ ਤੇ ਦੇਖੋ, ਕੋਈ ਵੀ ਜਿਹੜਾ ਆਪਣਾ, ਮੈਂ ਇੱਕ ਸਵਾਲ ਕਰਨਾ ਵੀ ਕੋਈ ਵੀ ਮੇਰੇ ਸਰਕਲ 'ਚ ਜਿਹੜੇ ਮੈਨੂੰ ਸਾਹਿਤਕਾਰ ਜਿੰਨੇ ਕਿ ਜਾਣਦੇ ਆ, ਉਹ ਸੱਚੀ ਵਿੱਚ ਕਹਿੰਦੇ ਵੀ ਸੁਸ਼ੀਲ ਤੇ ਕਮਲ ਨਾਲ ਆਇਸ਼ ਕਰਦੇ ਹੀ ਆ। ਮਤਲਬ ਮੈਨੂੰ ਪਹਿਲੀ ਨਾ ਕਈ ਵਾਰ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਯਾਰ ਇੱਕ ਮੈਗਜ਼ੀਨ
ਪੰਜਾਬੀ ਦਾ ਮੈਗਜ਼ੀਨ ਉਹਦੇ ਸਿਰ ਤੇ ਬੰਦਾ ਸੰਪਾਦਕ ਐਸ਼ ਕਰ ਰਿਹਾ ਹੋਵੇ ਤੇ ਮੈਨੂੰ ਤਾਂ ਸੱਚੀ ਵਿੱਚ ਖੁਸ਼ੀ ਹੁੰਦੀ ਹੈ। ਨਹੀਂ ਖੁਸ਼ੀ ਨਹੀਂ ਦੇਖੋ ਦੇਖੋ ਜ਼ਿੰਦਗੀ 'ਚ ਐਸ਼ ਦਾ ਮਤਲਬ ਕੀ ਹੈ? ਮਤਲਬ ਪਹਿਲੀ ਗੱਲ ਤਾਂ ਐਸ਼ ਦਾ ਮਤਲਬ ਸਾਨੂੰ ਸਮਝਣਾ ਚਾਹੀਦਾ। ਜੇ ਤੁਸੀਂ ਆਪਣਾ ਖੁਸ਼ਹਾਲ ਜੀਵਨ ਜੀਣਾ ਉਹੀ ਐਸ਼। ਐਸ਼ ਦਾ ਮਤਲਬ ਇਹ ਕੋਈ ਐਸ਼ ਪ੍ਰਸਤੀ ਨਹੀਂ ਹੈ। ਜਿਹੜੀ ਐਸ਼ ਦਾ ਲਫ਼ਜ਼ ਤੁਸੀਂ ਵਰਤਿਆ ਉਹ ਸਾਡੇ ਲਈ ਖੁਸ਼ਹਾਲ ਜੀਵਨ ਹੈ। ਜੇ ਅਸੀਂ ਘੱਟ ਦੇ ਵਿੱਚ ਵੀ ਖੁਸ਼ ਹਾਂ, ਜੇ ਅਸੀਂ ਜਿੱਦਾਂ ਦਾ ਜ਼ਿੰਦਗੀ ਜਿਉਣੇ ਉਹਦੇ 'ਚ ਖੁਸ਼ ਹੈ, ਇਸ ਤੋਂ ਵੱਡੀ ਐਸ਼ ਕੋਈ ਹੋ ਹੀ ਨਹੀਂ ਸਕਦੀ। ਦੂਜੀ ਗੱਲ ਜਿਹੜੀ ਭੁਲੇਖੇ ਆ ਲੋਕਾਂ ਦੇ, ਜੇ ਉਹ ਭੁਲੇਖੇ 'ਚ ਆ ਚਲੋ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਭੁਲੇਖੇ 'ਚ ਰਹਿਣ, ਕੋਈ ਗੱਲ ਨਹੀਂ, ਐਡਾ ਮਸਲਾ ਨਹੀਂ ਹੈ। ਪਰ ਸਾਡੀ ਇੱਕ ਕਮਿਟਮੈਂਟ ਹੈ, ਇੱਕ ਪ੍ਰਤੀਬੱਧਤਾ ਹੈ। ਉਹ ਪ੍ਰਤੀਬੱਧਤਾ ਅਵਤਾਰ ਜੰਡਿਆਲਵੀ ਦੇ ਨਾਲ ਹੈ। ਕਿਉਂਕਿ ਮੈਂ ਇਹ ਸਮਝਦਾ ਵੀ ਅਵਤਾਰ ਜੰਡਿਆਲਵੀ ਨੇ ਜਿਹੜਾ ਕੰਮ ਕੀਤਾ ਪੰਜਾਬੀ ਦੀ ਸਾਹਿਤਕ ਪੱਤਰਕਾਰੀ 'ਚ, ਜਗਜੀਤ ਜੀ ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣ ਲੱਗਾ, ਇਹ ਸ਼ਾਇਦ ਪੰਜਾਬੀ 'ਚ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਮੈਂ ਅਵਤਾਰ ਜੰਡਿਆਲਵੀ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਸੀਗੇ। ਪੰਜਾਬੀ ਦੇ ਜਿਹੜੇ ਸ਼ਾਇਰ ਮੁਲਕ ਨੂੰ ਛੱਡ ਕੇ ਚਲੇ ਗਏ, ਬਰਤਾਨੀਆ ਚਲੇ ਗਏ, ਜਾਂ ਕੈਨੇਡਾ ਚਲੇ ਗਏ, ਜਿਹੜੇ ਸਾਡੇ ਜਿਹਨਾਂ ਨੂੰ ਅਸੀਂ ਪ੍ਰਵਾਸੀ ਸ਼ਾਇਰ ਕਹਿ ਦਿੰਦੇ ਹਾਂ, ਉਹਨਾਂ 'ਚੋਂ ਜਿਹੜੇ 5-4 ਉੱਪਰਲੇ ਸ਼ਾਇਰ ਸੀ ਉਹਨਾਂ 'ਚ ਅਵਤਾਰ ਦਾ ਨਾਮ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਅਵਤਾਰ ਵਾਂਗ ਹੀ ਬਰਤਾਨੀਆ 'ਚ, ਕੈਨੇਡਾ ਦੇ ਵਿੱਚ, ਅਮਰੀਕਾ ਤੋਂ ਬਹੁਤ ਸਾਰੇ ਲੋਕ ਆਉਂਦੇ ਆ ਹਰ ਸਾਲ। ਇੱਥੇ ਆ ਕੇ ਕੀ ਕਰਦੇ ਉਹ ਇੱਥੇ ਆ ਕੇ 40-50 ਹਜ਼ਾਰ ਰੁਪਇਆ ਖਰਚ ਕੇ ਆਪਣਾ ਰੂਬਰੂ ਬੁਲਾ ਲੈਣਗੇ, ਆਪਣੀ ਕਿਤਾਬਾਂ ਤੇ ਗੋਸ਼ਟੀਆਂ ਕਰਾ ਲੈਣਗੇ ਤੇ ਉਹ ਬੱਲੇ ਕਰਾ ਕੇ 40-50 ਹਜ਼ਾਰ ਰੁਪਏ ਚਲੇ ਜਾਂਦੇ। ਪਰ ਉਹ ਗੱਲ ਖਤਮ ਹੋ ਗਈ ਨਾ। ਅਵਤਾਰ ਨੇ ਇੱਕ ਮਿਸਾਲ ਕਾਇਮ ਕੀਤੀ ਆ। ਅਵਤਾਰ ਉਹਨਾਂ ਦੀ ਮੈਨੂੰ ਗੱਲ ਕਦੀ ਨਹੀਂ ਭੁੱਲਦੀ, ਕਹਿੰਦੇ ਵੀ ਆਪਾਂ ਪਿੱਛੇ ਬੈਠਣ ਵਾਲੇ ਲੋਕ ਆ। ਮੈਂ ਨਹੀਂ ਅੱਜ ਤੱਕ ਅਵਤਾਰ ਉਹਨਾਂ ਦੇ ਜੀਂਦੇ ਜੀ ਦੇਖਿਆ ਵੀ ਚੰਡੀਗੜ੍ਹ ਜਾਂ ਪੰਜਾਬ 'ਚ ਕੋਈ ਸਾਹਿਤਕ ਸਮਾਗਮ ਹੋਵੇ ਤੇ ਉਹਦੀ ਪ੍ਰਧਾਨਗੀ ਅਵਤਾਰ ਜੰਡਿਆਲਵੀ ਵੀ ਕਰ ਰਿਹਾ ਹੋਵੇ। ਜੇ ਕਿਸੇ ਸਾਹਿਤਕ ਸਮਾਗਮ ਦੇ ਅਵਤਾਰ ਹੋਣੀ ਗਏ ਆ ਮੇਰੇ ਨਾਲ, ਤਾਂ ਉਹ ਪਿਛਲੀ ਲਾਈਨ 'ਚ ਜਾ ਕੇ ਬੈਠੇ ਆ। ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਹੁਣ ਦੇ ਮੁੱਖ ਸੰਪਾਦਕ ਆਓ, ਪ੍ਰਧਾਨਗੀ ਮੰਡਲ 'ਚ ਬੈਠੋ, ਕਹਿੰਦੇ ਨਹੀਂ। ਉਹਨਾਂ ਨੇ ਪੈਸੇ ਖਰਚੇ, ਆਪਣੀ ਪੈਨਸ਼ਨ ਲਾਈ ਹੁਣ ਤੇ ਹੁਣ ਦੀ ਜਿਹੜੀ ਉਹ ਸਾਰੀ ਹੋਈ ਹੈ ਅਵਤਾਰ ਜੰਡਿਆਲਵੀ ਵੀ ਕਰਕੇ ਹੋਈ ਹੈ। ਤੇ ਮੇਰੀ ਉਹਨਾਂ ਨਾਲ ਇੱਕ ਕਮਿਟਮੈਂਟ ਸੀ, ਮੈਂ ਕਿਹਾ ਜੀ ਤੁਸੀਂ ਰਹੋ ਨਾ ਰਹੋ, ਮੈਂ ਰਵਾਂ ਨਾ ਰਵਾਂ, ਹੁਣ ਏਦਾਂ ਰਹੂਗਾ ਤੇ ਹੁਣ ਹੈ ਉਦਾਂ ਹੀ। ਤੇ ਉਹਨਾਂ ਦਾ ਪਰਿਵਾਰ ਇਸ ਗੱਲੋਂ ਹੈਰਾਨ ਆ ਵੀ ਅਸੀਂ ਹੁਣ ਨੂੰ ਚਲਾ ਕਿੱਦਾਂ ਰਹੇ ਆ, ਇਹ ਤਾਂ ਸਾਨੂੰ ਪਤਾ ਹੀ ਕਿੱਦਾਂ ਚਲਾ ਰਹੇ ਆ। ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਇਹ ਕੰਟਰੀਬਿਊਸ਼ਨ ਹੈ ਪੰਜਾਬੀ ਦੀ ਲਫ਼ਜ਼ਕਾਰੀ ਦੇ ਵਿੱਚ, ਪੰਜਾਬੀ ਦੀ ਸਾਹਿਤਕ ਪੱਤਰਕਾਰੀ ਦੇ ਵਿੱਚ, ਜਿਹਨੇ ਇੱਕ ਨਵਾਂ ਇਤਿਹਾਸ ਸਿਰਜਿਆ। ਆਪ ਮੈਗਜ਼ੀਨ ਕੱਢਦਾ, ਉਹਦੀ ਸਿਫਤ ਆਪ ਨਹੀਂ ਕਰਨੀ ਚਾਹੀਦੀ, ਪਰ ਇਹ ਲੋਕਾਂ ਨੂੰ ਪਤਾ ਹੈ, ਪਾਠਕਾਂ ਨੂੰ ਪਤਾ ਹੈ ਕਿ ਜੇ ਨਵਾਂ ਪਰਚਾ ਵੀ ਕੋਈ ਨਿਕਲਦਾ ਤਾਂ ਹੁਣ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ। ਇਹੀ ਸਾਡੀ ਪ੍ਰਾਪਤੀ ਹੈ। ਅਸੀਂ ਇਹ ਕਹਿੰਦੇ ਹਾਂ ਸਗੋਂ ਵੀ ਨਵੇਂ ਪਰਚੇ ਨਿਕਲਣ, ਵੱਧ ਤੋਂ ਵੱਧ ਪਰਚੇ ਨਿਕਲਣ, ਪਰ ਉਹ ਆਪਣਾ ਇੱਕ ਵੱਖਰਾ ਨਵੇਕਲਾ ਢੰਗ ਵਰਤਣ, ਹੁਣ ਦੀ ਨਕਲ ਨਾ ਕਰਨ। ਹੁਣ ਨੇ ਕਿਸੇ ਦੀ ਨਕਲ ਨਹੀਂ ਕੀਤੀ। ਹੁਣ ਨੇ ਆਪਣੇ ਅਤੀਤ 'ਚ ਨਿਕਲਦੇ ਪਰਚਿਆਂ ਜਾਂ ਵਰਤਮਾਨ 'ਚ ਜਿਹੜੇ ਪਰਚੇ ਨਿਕਲ ਰਹੇ ਆ। ਜਦੋਂ ਅਸੀਂ ਹੁਣ ਸ਼ੁਰੂ ਕੀਤਾ ਉਦੋਂ ਨਾਗਮਣੀ ਵੀ ਨਿਕਲਦਾ ਸੀ, ਬਾਅਦ 'ਚ ਨਾਗਮਣੀ ਬੰਦ ਹੋਇਆ। ਆਰਸੀ ਵੀ ਨਿਕਲਦਾ ਸੀ, ਬਾਅਦ 'ਚ ਆਰਸੀ ਵੀ ਬੰਦ ਹੋਇਆ। ਸਿਰਜਣਾ ਹਾਲੇ ਵੀ ਨਿਕਲ ਰਿਹਾ, ਲਕੀਰ ਟਾਵਾ ਹਾਲੇ ਵੀ ਨਿਕਲ ਰਿਹਾ। ਪਰ ਜਦੋਂ ਪ੍ਰੇਮ ਪ੍ਰਕਾਸ਼ ਉਹਦੀ ਕੱਢਦੇ ਸੀ ਉਦੋਂ, ਜਦੋਂ ਅਸੀਂ ਹੁਣ ਸ਼ੁਰੂ ਕੀਤਾ, ਕਾਵਲੋਂ ਨਿਕਲਦਾ ਸੀ, ਹੁਣ ਕਾਵਲੋਂ ਆਨਲਾਈਨ ਕਰ ਦਿੱਤਾ ਲਖਵਿੰਦਰ ਜੋੜ ਹੋਰਾਂ ਨੇ, ਹਨਾ। ਅੱਖਰ ਨਿਕਲਦਾ ਸੀ ਪਰਮਿੰਦਰਜੀਤ ਦਾ। ਅਸੀਂ ਇਹਨਾਂ ਪਰਚਿਆਂ ਤੋਂ ਸਿੱਖਿਆ, ਅਸੀਂ ਉਹਨਾਂ ਪਰਚਿਆਂ ਨੂੰ ਆਪਣੇ ਦੁਸ਼ਮਣ ਨਹੀਂ ਸਮਝਿਆ, ਅਸੀਂ ਇਹਨਾਂ ਪਰਚਿਆਂ ਤੋਂ ਸਿੱਖ ਕੇ ਇੱਕ ਨਵਾਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਮੇਰਾ ਨਵੇਂ ਪਰਚੇ ਜਿਹੜੇ ਆ ਰਹੇ ਉਹਨਾਂ ਨੂੰ ਕਹਿਣਾ ਇਹ ਆ ਵੀ ਤੁਸੀਂ ਹੁਣ ਤੋਂ ਦੇਖੋ ਵੀ ਹੁਣ ਜਾਂ ਨਾਗਮਣੀ ਨੇ ਜਾਂ ਆਰਸੀ ਨੇ ਜਾਂ ਅੱਖਰ ਨੇ ਜਾਂ ਲਕੀਰ ਨੇ ਜਾਂ ਚਿਰਾਗ ਨੇ ਕਿੱਦਾਂ ਦਾ ਕੰਮ ਕੀਤਾ, ਉਹ ਤੋਂ ਵੱਖਰਾ ਕੰਮ ਕਰਨ ਦੀ। ਇਹ ਦੇਖੋ ਮੈਗਜ਼ੀਨ ਨਿਕਲਣ ਲੱਗੇ, ਹਾਂਜੀ, ਹਰ ਇੱਕ ਦੀ ਕੋਸ਼ਿਸ਼ ਹੋਊਗੀ ਵੀ ਮੈਂ ਵਧੀਆ ਮਿਆਰ ਰੱਖਾਂ। ਜੇ ਤੁਸੀਂ ਮਿਆਰ ਵਧੀਆ ਹੋਊਗਾ ਤਾਂ ਪਾਠਕ ਵੀ ਤਾਂ ਫਿਰ ਪੜ੍ਹਨਗੇ ਨਾ। ਜੇ ਤੁਸੀਂ ਦੇਣਾ ਨਹੀਂ ਵਧੀਆ, ਫਿਰ ਪਾਠਕ ਨਾਲ ਸ਼ਿਕਾਇਤ ਨਹੀਂ ਕਰ ਸਕਦੇ ਵੀ ਲੋਕ ਪੜ੍ਹਦੇ ਨਹੀਂ। ਪ੍ਰੋਬਲਮ ਕਿੱਥੇ ਆਉਂਦੀ ਹੈ? ਜਿਹਦਾ ਕਮਲ ਲਿਖਿਆ ਵੀ ਨਵੇਂ ਪਰਚੇ ਨਿਕਲਣ, ਹੋਰ ਨਿਕਲਣ, ਸਾਨੂੰ ਖੁਸ਼ੀ ਹੈ। ਵਾਗਾ ਨਿਕਲਣ, ਬੜਾ ਵਧੀਆ ਪਰਚਾ ਵਾਗਾ। ਪਰ ਮਸਲਾ ਇਹ ਹੈ ਵੀ ਉਹਦੀ ਜਿਹੜੀ ਪ੍ਰਬੰਧਨ ਜਿਹੜਾ ਉਹਦਾ ਇਸ ਢੰਗ ਨਾਲ ਨਹੀਂ ਹੈ ਵੀ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚ ਸਕੇ। ਮੈਂ ਸਮਝਦਾ ਫਿਲਹਾਲ ਗੁਰਬਚਨ ਨੇ ਕੱਢਿਆ, ਮੈਂ ਖੁਦ ਫਿਲਹਾਲ ਦੇ ਕੰਮ ਕੀਤਾ। ਉਹਦਾ ਜਦੋਂ ਪਹਿਲਾ ਪਰਚਾ ਗੁਰਬਚਨ ਦਾ ਆਇਆ, ਉਦੋਂ ਕੰਪੀਅਰ ਮੈਂ ਕੀਤਾ ਉਸ ਫੰਕਸ਼ਨ ਨੂੰ, ਜਦੋਂ ਅਸੀਂ ਉਹਨੂੰ ਲੋਕ ਅਰਪਣ ਕੀਤਾ। ਮੈਂ ਗੁਰਬਚਨ ਹੋਣਾ ਤੋਂ ਸਾਰੀ ਸੂਚੀ ਦਿੱਤੀ ਵੀ ਇੱਥੇ ਤੇ ਤੁਸੀਂ ਪਰਚਾ ਪਹੁੰਚਾ ਦਿਓ। ਇਹਦਾ ਮਤਲਬ ਸਾਡੀ ਇਹ ਭਾਵਨਾ ਹੈ ਵੀ ਪਰਚੇ ਵੱਧ ਤੋਂ ਵੱਧ ਨਿਕਲਣ। ਪਰ ਜੇ ਕੋਈ ਪਰਚਾ ਨਿਕਲੇ ਨਵਾਂ, ਤੇ ਉਹ ਨਿਕਲਣ ਵੇਲੇ, ਪਹਿਲਾ ਪਰਚਾ ਆਉਣ ਵੇਲੇ
ਅਨਾਉਂਸਲੀ ਇਹ ਗੱਲ ਕਵੇ ਵੀ ਮੈਂ ਹੁਣ ਨੂੰ ਢਾਉਣਾ ਹੈ, ਤਾਂ ਫਿਰ ਉਹ ਪਰਚੇ ਦਾ ਕੀ ਬਣੂਗਾ? ਮਤਲਬ ਪੰਜਾਬੀ ਮਤਲਬ ਜੇ ਭਾਵਨਾ ਇਹ ਆ ਵੀ ਹੁਣ ਨੂੰ ਢਾਉਣਾ, ਮੈਂ ਕਹਿੰਦਾ ਵੀ ਹੁਣ ਨੂੰ ਕੱਲ ਨਹੀਂ ਢਾਉਣਾ ਯਾਰ, ਤੁਸੀਂ ਆਪ ਦੀ ਉਹ ਸਾਰੀ ਐਡੀ ਕਰ ਲਓ ਵੀ ਹੁਣ ਤੋਂ ਵੱਡੇ ਹੋ ਜਾਓ। ਪਰ ਜੇ ਤੁਸੀਂ ਮਸਲਾ ਇਹ ਰੱਖਿਆ ਵੀ ਤਲੋਚਨ ਨੂੰ ਢਾਉਣਾ ਹੈ ਜਾਂ ਜਗਜੀਤ ਨੂੰ ਮੈਂ ਢਾਉਣਾ ਹੈ, ਫਿਰ ਤਾਂ ਭਾਈ ਤੁਸੀਂ ਢਾਓਗੇ, ਫਿਰ ਕਿਸੇ ਨੂੰ ਤੁਸੀਂ ਢਾ ਨਹੀਂ ਸਕਦੇ, ਫਿਰ ਤੁਸੀਂ ਢਾਓਗੇ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਪੰਜਾਬੀ 'ਚ ਲੋੜ ਆ ਕੰਮ ਕਰਨ ਦੀ, ਚਾਹੇ ਉਹ ਜਿੱਦਾਂ ਤੁਹਾਡਾ ਦਸਤਾਵੇਜ਼ ਆ, ਮੰਨ ਲਓ ਹੁਣ ਤੁਸੀਂ ਦਸਤਾਵੇਜ਼ ਚੈਨਲ ਸ਼ੁਰੂ ਕੀਤਾ, ਕੰਮ ਹੋ ਰਿਹਾ ਯਾਰ, ਖੁਸ਼ੀ ਹੈ। ਹੋਰ ਵੀ ਇਦਾਂ ਦੇ ਚੈਨਲ ਸ਼ੁਰੂ ਹੋਣ ਜਿੱਥੇ ਵੱਖਰੀਆਂ ਗੱਲਾਂ ਹੋਣ, ਪੰਜਾਬੀ ਲਿਟਰੇਚਰ ਬਾਰੇ, ਪੰਜਾਬੀ ਸੁਸਾਇਟੀ ਬਾਰੇ, ਪੰਜਾਬ ਦੀ ਰਾਜਨੀਤੀ ਬਾਰੇ, ਪੰਜਾਬ ਦੇ ਧਾਰਮਿਕ ਕਰਮਕਾਂਡਾਂ ਬਾਰੇ ਚਰਚਾ ਹੋਵੇ ਯਾਰ, ਸੰਵਾਦ ਛਿੜੇ। ਜਿੰਨੇ ਸਮਾਜ ਛੇੜਨ ਚੰਗੀ ਗੱਲ ਹੈ, ਦਸਤਾਵੇਜ਼ ਵਧੀਆ ਕੰਮ ਕਰ ਰਿਹਾ। ਪਰ ਜੇ ਕੋਈ ਇਹ ਨਵਾਂ ਚੈਨਲ ਸ਼ੁਰੂ ਕਰਕੇ ਦਸਤਾਵੇਜ਼ ਦੀ ਜਿਹੜੀ ਨਾ ਇਹਨੂੰ ਮੈਂ ਡਿੱਗਣਾ, ਪਹਿਲਾਂ ਭਾਈ ਤੁਸੀਂ ਆਪ ਹੀ ਡਿੱਗ ਜਾਓਗੇ। ਫਿਰ ਪਹਿਲਾਂ ਤੁਸੀਂ ਆਪਣਾ ਤਰੀਕਾਕਾਰ ਤੁਸੀਂ ਏਦਾਂ ਦਾ ਕਿਤੇ ਨਾ ਕਿਤੇ ਇਜਾਦ ਕਰੋ ਵੀ ਤੁਹਾਡੀ ਗੱਲ ਲੋਕ ਸੁਣਨ ਨਾ, ਤੁਹਾਨੂੰ ਲੋਕ ਪੜ੍ਹਨ। ਤੇ ਬਾਕੀ ਕਹਾਣੀ, ਕਵਿਤਾ, ਇਹ ਸਾਰੀਆਂ ਚੀਜ਼ਾਂ ਸਾਰੇ ਮੈਗਜ਼ੀਨ ਛਾਪਦੇ ਆ। ਪਰ ਜੇ ਤੁਸੀਂ ਵੱਖਰਾ ਕੰਮ ਕਰੋਗੇ, ਕਲਾਸਿਕ ਲਿਟਰੇਚਰ ਲੈ ਕੇ ਆਓਗੇ, ਜੇ ਤੁਸੀਂ ਓਰਲ ਲਿਟਰੇਚਰ ਜਿਹੜਾ ਪੰਜਾਬ ਦਾ ਓਰਲ ਲਿਟਰੇਚਰ ਜਿਹੜਾ ਹੈ ਨਾ, ਪੰਜਾਬ 'ਚ ਬੜਾ ਕੰਮ ਹੋਣ ਵਾਲਾ ਪਿਆ। ਮਤਲਬ ਪੰਜਾਬ ਦੇ ਜਿੰਦਿਆਂ ਤੇ ਕੰਮ ਹੋਣ ਵਾਲਾ ਪਿਆ। ਰੋਪੜ ਜਿੰਦਿਆਂ ਦਾ ਘਰ ਆ, ਮਤਲਬ ਅੰਮ੍ਰਿਤਸਰ ਦੀ ਕਹਾਣੀ ਜਿਹੜੀ ਲਿਖੀ ਆ ਮਨਿੰਦਰ ਕਾਂਗ ਨੇ, ਕੁੱਤੀ ਵਿਹੜਾ, ਉਹ ਆਪਣੇ ਆਪ 'ਚ ਦਸਤਾਵੇਜ਼ ਹੈ। ਉਹ ਕਹਾਣੀ ਨਹੀਂ ਹੈ, ਅਸਲ ਦੇ ਵਿੱਚ ਇਤਿਹਾਸ ਹੈ। ਉਹ ਪੰਜਾਬ ਦਾ, ਅੰਮ੍ਰਿਤਸਰ ਦਾ 300 ਸਾਲ ਦਾ ਇਤਿਹਾਸ ਹੈ ਉਸ ਕਹਾਣੀ ਦਾ। ਤੇ ਏਦਾਂ ਭਾਰ ਕਹਾਣੀ ਆ, ਮੰਨ ਲਓ ਤੁਸੀਂ ਵੀ ਲਿਖੀ, ਦੁੱਲਾ ਭਾਊ ਲਿਖੀ ਆ, ਉਹ ਭਾਰ ਕਹਾਣੀ ਦੀ ਐਕਸਟੈਂਸ਼ਨ ਹੈ ਕਿਸਮ ਦੀ। ਉਹ ਪੰਜਾਬ ਦਾ ਇਤਿਹਾਸ ਹੈ। ਪੰਜਾਬ ਕਹਾਣੀਆਂ ਰਾਹੀਂ ਕਿੱਦਾਂ ਇਤਿਹਾਸ ਤੁਹਾਨੂੰ ਦਿਖਾਈ ਦਿੰਦਾ। ਇਤਿਹਾਸ ਜਿਹੜਾ ਸਾਨੂੰ ਪੜ੍ਹਾਇਆ ਜਾਂਦਾ ਸਕੂਲਾਂ ਕਾਲਜਾਂ ਦੇ ਵਿੱਚ, ਉਹ ਹਕੂਮਤੀ ਇਤਿਹਾਸ ਹੁੰਦਾ। ਹਰ ਹਕੂਮਤ ਇਤਿਹਾਸ ਤੋਂ ਆਪਣੇ ਤਰੀਕੇ ਨਾਲ ਬਣਾਉਂਦੀ ਹੈ। ਪਰ ਤੁਸੀਂ ਉਸ ਸਮੇਂ ਦਾ ਲਿਟਰੇਚਰ ਪੜ੍ਹੋਗੇ, ਜੇ ਤੁਸੀਂ ਭਾਰ ਕਹਾਣੀ ਪੜ੍ਹੋਗੇ, ਤਾਂ ਜਿਹੜਾ ਤੁਹਾਨੂੰ ਪੰਜਾਬ ਗਵਰਨਮੈਂਟ ਨੇ ਜਾਂ ਸਾਡੀ ਕੇਂਦਰੀ ਹਕੂਮਤ ਨੇ ਇਤਿਹਾਸ ਪੜ੍ਹਾਇਆ, ਉਹ ਕਹਾਣੀ ਵੱਖਰਾ ਇਤਿਹਾਸ ਦੱਸੂਗੀ ਵੀ ਇਤਿਹਾਸ ਪੰਜਾਬ ਦਾ ਤਾਂ ਆ ਭਾਈ, ਅਸਲੀ ਇਤਿਹਾਸ ਤੇ ਹੈ। ਸੋ ਸਾਹਿਤ ਇਤਿਹਾਸ ਦਾ ਦਰਪਣ ਹੁੰਦਾ। ਤੁਸੀਂ ਮੈਂ ਅੱਜ ਕੱਲ ਦੂਜੀ ਵਾਰੀ ਪੜ੍ਹ ਰਿਹਾ ਬੋਲਗਾ ਤੋਂ ਗੰਗਾ, ਰਾਹੁਲ ਸ਼ੰਕਰ ਤਾਇਰ ਦੀ, ਉਹ 6000 ਸਾਲ ਦਾ ਇਤਿਹਾਸ ਦੱਸ ਰਿਹਾ ਛੋਟੀਆਂ ਕਹਾਣੀਆਂ ਦੇ ਵਿੱਚ। ਇਹ ਆ ਇਤਿਹਾਸ ਅਸਲ ਦੇ ਵਿੱਚ। ਤੇ ਜਿਹੜਾ ਇਤਿਹਾਸ ਸਾਨੂੰ ਪੜ੍ਹਾਇਆ ਜਾ ਰਿਹਾ ਉਹ ਹੋਰ ਹੀ ਕਿਸਮ ਦਾ ਇਤਿਹਾਸ ਹੈ। ਤੇ ਹੁਣ ਦਾ ਕੰਮ ਇਹ ਹੈ ਵੀ ਅਸੀਂ ਜਿਹੜਾ ਉਹ ਲੋਕ ਇਤਿਹਾਸ ਹੈ, ਜਿਹਨੂੰ ਪੀਪਲਜ਼ ਹਿਸਟਰੀ ਕਿਹਾ ਜਾਂਦਾ, ਅਸੀਂ ਉਹ ਲੈ ਕੇ ਆਉਣੀ ਆ। ਅਸੀਂ ਕਲਾਸਿਕ ਲਿਟਰੇਚਰ ਲੈ ਕੇ ਆਉਣਾ, ਅਸੀਂ ਓਰੀਜਨਲ ਲਿਖਤਾਂ ਲੈ ਕੇ ਆਉਣੀ ਆ। ਇਹੀ ਵੱਖਰਤਾ ਸਾਡੀ, ਉਹਦੇ ਇਸੇ ਕਰਕੇ ਲੋਕ ਪੜ੍ਹਦੇ ਆ। ਹੁਣ ਦੀ ਤਾਕਤ ਹੀ ਹੁਣ ਦੇ ਪਾਠਕ ਆ, ਨਹੀਂ ਤਾਂ ਹੁਣ ਨਿਕਲੇ ਨਾ। ਹੁਣ ਚ ਸੁਸ਼ੀਲ ਦੀ ਕਿੰਨੀ ਕੁ ਮਨਮਰਜ਼ੀ ਚੱਲਦੀ ਹੈ? ਦੇਖੋ ਹੁਣ ਮੈਗਜ਼ੀਨ ਦੀ ਸ਼ੁਰੂ ਤੋਂ ਸਾਡੀ ਮੇਰੀ ਤੇ ਅਵਤਾਰ ਨਿਰਾਲ ਦੀ ਜਿਹੜੀ ਸਮਝਦਾਰੀ ਬਣੀ ਸੀ, ਇਹ ਬਣੀ ਸੀ ਵੀ ਮੈਂ ਬਿਲਕੁਲ ਸੱਚੀ ਗੱਲ ਦੱਸਾਂਗਾ ਵੀ ਮੈਟਰ ਜਿਹੜਾ ਆਉਂਦਾ ਸਾਡੇ ਕੋਲ, ਜੋ ਉਸ ਮੈਟਰ ਨੂੰ ਪਹਿਲਾਂ ਤਾਂ ਸੁਸ਼ੀਲ ਦੋਸਾਂਝ ਨੇ ਦੇਖਣਾ, ਤੇ ਸੁਸ਼ੀਲ ਦੋਸਾਂਝ ਦੇਖ ਕੇ ਜੇ ਕਿਸੇ ਚੀਜ਼ ਦੇ ਉੱਤੇ ਸੁਸ਼ੀਲ ਦੋਸਾਂਝ ਨੂੰ ਇਹ ਲੱਗੇ ਵੀ ਇਹ ਚੀਜ਼ ਜਿਹੜੀ ਆ ਹੁਣ ਦੇ ਕਾਬਲ ਨਹੀਂ ਹੈ, ਤੇ ਉਹ ਅਵਤਾਰ ਨਿਰਾਲ ਨੂੰ ਭੇਜੇਗਾ। ਕਿਉਂਕਿ ਅਵਤਾਰ ਨਿਰਾਲ ਵੀ ਲੰਡਨ ਰਹਿੰਦੇ ਸੀ, ਤੇ ਅਵਤਾਰ ਨਿਰਾਲ ਵੀ ਫਿਰ ਉੱਤੇ ਫਾਈਨਲ ਫੈਸਲਾ ਕਰਨਗੇ। ਤੇ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਸੀ ਜਿਹੜੀਆਂ ਮੈਨੂੰ ਲੱਗਦਾ ਸੀ ਵੀ ਹੁਣ ਨਹੀਂ ਛਪਣ ਵਾਲੀਆਂ। ਮੈਂ ਅਵਤਾਰ ਉਹਨਾਂ ਨੂੰ ਭੇਜਦਾ ਸੀ, ਅਵਤਾਰ ਉਹਦੀ ਮੈਨੂੰ ਦੱਸ ਦਿੰਦੇ ਸੀ ਵੀ ਹਾਂ ਵੀ ਆਹ ਚੀਜ਼ ਜਾਣ ਵਾਲੀ ਆ, ਨਹੀਂ ਚੀਜ਼ ਜਾਣ ਵਾਲੀ, ਤੇ ਮੈਂ ਉਹ ਚੀਜ਼ਾਂ ਜਿਹੜੀਆਂ ਲਾ ਦਿੰਦਾ ਸੀ। ਹੁਣ ਅਵਤਾਰ ਹੋਣ ਤੋਂ ਬਾਅਦ ਹੁਣ ਸਾਡੀ ਜਿਹੜੀ ਟੀਮ ਹੈ, ਉਸ ਟੀਮ 'ਚ ਰਵਿੰਦਰ ਸਹਿਰਾ ਆ, ਸੁਸ਼ੀਲ ਦੋਸਾਂਝ ਆ, ਕਮਲ ਹੈ, ਸੁਰਿੰਦਰ ਸੋਲ ਹੈ, ਤੇ ਕਿਰਤਮੀਤ ਹੈ। ਅਸੀਂ ਇਹ ਸੰਪਾਦਕੀ ਮੰਡਲ ਜਿਹੜਾ ਸਾਡਾ, ਇਹਦੇ 'ਚ ਆ ਵੀ ਜਿਹੜਾ ਪਹਿਲਾ ਮੈਟਰ ਆਉਂਦਾ ਹੈ, ਸੱਚੀ ਗੱਲ ਮੈਂ ਤੁਹਾਨੂੰ ਦੱਸ ਰਿਹਾ, ਉਹ ਸਾਰਾ ਮੈਟਰ ਸਭ ਤੋਂ ਪਹਿਲਾਂ ਕਮਲ ਦੋਸਾਂਝ ਪੜ੍ਹਦੀ ਹੈ। ਕਮਲ ਦੋਸਾਂਝ ਪੜ੍ਹਨ ਤੋਂ ਬਾਅਦ ਮੈਨੂੰ ਇਹ ਦੱਸਦੀ ਆ ਵੀ ਆਹ ਚੀਜ਼ਾਂ ਜਿਹੜੀਆਂ ਮੇਰੀ ਰਾਏ ਇਹਨਾਂ ਬਾਰੇ ਆ ਹੈ। ਫਿਰ ਮੈਂ ਪੜ੍ਹਦਾ, ਮੈਂ ਪੜ੍ਹਨ ਤੋਂ ਬਾਅਦ ਉਹ ਚੀਜ਼ਾਂ ਦੇਖ ਕੇ ਮੈਨੂੰ ਜੇ ਲੱਗਦਾ ਵੀ ਇਹਦੇ 'ਚ ਆਹ ਚੀਜ਼ ਜਿਹੜੀ ਆ ਇਹ ਸ਼ਾਇਦ ਮੇਰੇ ਵੀ ਕਿਤੇ ਨਾ ਕਿਤੇ ਬਾਹਰ ਜਾ ਰਹੀ ਹੈ ਮੇਰੇ ਦਿਮਾਗ ਤੋਂ, ਤੇ ਫਿਰ ਮੈਂ ਰਵਿੰਦਰ ਸਹਿਰਾ ਨੂੰ ਭੇਜਦਾ ਵੀ ਭਾਜੀ ਇੱਥੇ ਤੁਸੀਂ ਆਪਣੀ ਰਾਏ ਦਿਓ, ਨਾਲ ਸੁਰਿੰਦਰ ਸੋਲ ਨੂੰ ਭੇਜਦਾ, ਫਿਰ ਕਿਰਤਮੀਤ ਨੂੰ ਵੀ ਮੈਂ ਭੇਜਦਾ। ਫਿਰ ਉਹ ਤਿੰਨ ਜਣੇ ਜਿਹੜੇ ਆ ਉਹਨਾਂ ਦੀ ਰਾਏ ਦੇਖ ਕੇ, ਜਿਹੜੀ ਸਾਡੀ ਬਹੁਤ ਸੰਮਤੀ ਦੀ ਰਾਏ ਹੁੰਦੀ ਆ, ਉਹਦੇ ਮੁਤਾਬਕ ਅਸੀਂ ਛਾਪਦੇ। ਪਰ ਉਹ ਬਹੁਤ ਘੱਟ ਰਚਨਾਵਾਂ ਹੁੰਦੀਆਂ, ਮਤਲਬ ਜੇ ਅਸੀਂ 36 ਲੇਖਕ ਸਾਡੀ ਬਹਿਸ ਵੀ ਹੁੰਦੀ, ਕਈ ਵਾਰੀ ਬਹਿਸ ਵੀ ਹੁੰਦੀ। ਹਾਂ ਬੋਲੋ ਕਰੋ। ਕਈ ਵਾਰੀ ਦੋਨੋਂ ਅਸੀਂ ਬਹੁਤ ਬਹਿਸ ਵੀ ਜਾਂਦੇ ਆ ਵੀ ਮੈਨੂੰ ਲੱਗਦਾ ਹੁੰਦਾ ਵੀ ਆਹ ਚੀਜ਼ ਹਲਕੀ ਹੈ,
ਇਹ ਕਹਿਣਗੇ ਨਹੀਂ ਇੰਨੀ ਤਾਂ ਠੀਕ ਹੈ, ਜਾਂ ਮੈਂ ਕਹੂੰਗੀ ਇਹ ਵੀ ਠੀਕ ਹੈ ਨਾ ਲੱਗੂਗਾ ਹਲਕੀ ਹੈ। ਕਿਸੇ ਵੇਲੇ ਬੰਦਾ ਵੇਖ ਕੇ ਵੀ ਲਿਹਾਜ਼ ਕਰਨਾ ਪੈਂਦਾ। ਨਹੀਂ ਇਹ ਅੱਜ ਤੱਕ ਨਹੀਂ ਦੇਖ ਕੇ ਬਿਲਕੁਲ ਨਹੀਂ। ਇਹ ਦੇਖੋ ਮੈਂ ਇਹਦੇ ਬਾਰੇ ਬੜੀ ਕਮਾਲ ਦੀਆਂ 3-4 ਗੱਲਾਂ ਤੁਹਾਨੂੰ ਦੱਸਦਾ। ਪ੍ਰੋਫੈਸਰ ਪ੍ਰੀਤਮ ਸਿੰਘ ਤਾਂ ਜਿਉਂਦੇ ਨਹੀਂ ਅੱਜ ਕੱਲ੍ਹ, ਉਹਨਾਂ ਬਾਰੇ ਮੈਂ ਗੱਲ ਕਰਦਾ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਸੰਸਦ ਸਿੱਖ ਬਾਰੇ ਇੱਕ ਆਰਟੀਕਲ ਸਾਨੂੰ ਭੇਜਤਾ, ਵੱਡਾ ਨਾਮ ਪ੍ਰੋਫੈਸਰ ਪ੍ਰੀਤਮ ਸਿੰਘ ਕੋਈ ਛੋਟੇ ਬੰਦੇ ਥੋੜ੍ਹਾ ਸੀ। ਤੇ ਅਸੀਂ 3 ਆਰਟੀਕਲ ਸੰਸਦ ਸਿੱਖ ਬਾਰੇ ਛਾਪ ਚੁੱਕੇ ਸੀ ਪਹਿਲੇ। ਇੱਕ ਤੇਜਵੰਤ ਗਿੱਲ ਦਾ ਛਾਪਿਆ, ਇੱਕ ਪ੍ਰੇਮ ਪ੍ਰਕਾਸ਼ ਦਾ ਛਾਪਿਆ, ਇੱਕ ਪਤਾ ਨਹੀਂ ਰਮਨ ਦਾ ਸ਼ਾਇਦ ਛਾਪਿਆ ਸੀ। ਤੇ ਆਰਟੀਕਲ ਅਸੀਂ ਵਾਪਸ ਭੇਜਤਾ, ਉਦੋਂ ਡਾਕ 'ਚ ਹੀ ਆਉਂਦਾ ਹੁੰਦਾ ਸੀ, ਬਹੁਤਾ ਈਮੇਲ 'ਤੇ ਤਾਂ ਹੁਣ ਸ਼ੁਰੂ ਹੋਇਆ। ਅਵਤਾਰ ਜੰਡਿਆਲੀ ਹੋਰੀ ਜੀਂਦੇ ਹੋ ਸੀ ਉਦੋਂ। ਅਸੀਂ ਉਹ ਵਾਪਸ ਭੇਜਤਾ ਪ੍ਰੀਤਮ ਸਿੰਘ ਹੋਰਾਂ ਨੂੰ, ਨਾਲ ਲਿਖ ਕੇ ਵੀ ਪ੍ਰੈਸ ਸਾਹਿਬ ਆਰਟੀਕਲ ਤੁਹਾਡਾ ਚੰਗਾ, ਪਰ ਅਸੀਂ ਪਿਛਲੇ 3 ਅੰਕਾਂ 'ਚ ਲਗਾਤਾਰ ਸੰਸਦ ਸਿੱਖ ਬਾਰੇ ਛਾਪਿਆ, ਅਸੀਂ ਇਹ ਛਾਪ ਨਹੀਂ ਸਕਦੇ। ਉਹਨਾਂ ਨੇ ਉਹਦਾ ਜਵਾਬ ਕੋਈ ਨਹੀਂ ਦਿੱਤਾ। ਪਰ ਅਸੀਂ ਮੈਂ ਤੇ ਅਵਤਾਰ ਜੰਡਿਆਲੀ ਇੱਕ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਟਿਆਲੇ ਪੰਜਾਬੀ ਕਾਨਫਰੰਸ ਸੀ, ਉੱਥੇ ਗਏ ਤੇ ਉੱਥੇ ਪ੍ਰੈਸ ਸਾਹਿਬ ਬੈਠੇ ਸੀਗੇ ਕੁਰਸੀ ਤੇ, 2-4 ਹੋਰ ਚੇਲੇ ਬਾਲ ਕੇ ਉਹਨਾਂ ਦੇ ਬੈਠੇ ਸੀ। ਤੇ ਅਵਤਾਰ ਹੋਰਾਂ ਦੀ ਜਿੱਦਾਂ ਦੀ ਆਦਤ ਹੈ, ਉਹਨਾਂ ਨੇ ਜਾ ਕੇ ਗੋਲੀ ਹੱਥ ਲਾਏ ਪ੍ਰੋਫੈਸਰ ਪ੍ਰੀਤਮ ਸਿੰਘ ਦੇ। ਤੇ ਪ੍ਰੋਫੈਸਰ ਪ੍ਰੀਤਮ ਸਿੰਘ ਇੰਨੀ ਬੁਰੀ ਤਰ੍ਹਾਂ ਪਿਆ ਅਵਤਾਰ ਜੰਡਿਆਲੀ ਨੂੰ ਵੀ ਮੈਂ ਵਰਣਨ ਨਹੀਂ ਕਰ ਸਕਦਾ ਵੀ ਜਿੰਨੀ ਬੇਇੱਜ਼ਤੀ ਉਹਨਾਂ ਨੇ ਅਵਤਾਰ ਦੀ ਕੀਤੀ ਵੀ ਹੂ ਆਰ ਯੂ, ਤੂੰ ਹੁੰਨਾ ਕੌਣ ਹੈ ਮੇਰਾ ਆਰਟੀਕਲ ਵਾਪਸ ਕਰਨ ਵਾਲਾ। ਤੇ ਅਵਤਾਰ ਵਾਲੀ ਏਦਾਂ ਹੱਥ ਜੋੜ ਕੇ ਖੜੇ, ਅਵਤਾਰ ਨੇ ਉਹਨਾਂ ਕੋਈ ਜਵਾਬ ਨਹੀਂ ਦਿੱਤਾ। ਪਰ ਰਾਤ ਗੱਡੀ 'ਚ ਚੰਡੀਗੜ੍ਹ ਤੋਂ ਵਾਪਸ ਆਉਂਦਿਆਂ ਮੈਨੂੰ ਅਵਤਾਰ ਨੇ ਕਿਹਾ ਵੀ ਪ੍ਰੋਫੈਸਰ ਪ੍ਰੀਤਮ ਸਿੰਘ ਨੂੰ ਪਰਚਾ ਭੇਜਣਾ ਬੰਦ ਕਰ ਦੇ। ਉਹਨਾਂ ਦੇ ਮਨ ਨੂੰ ਵੀ ਠੇਸ ਲੱਗੀ ਨਾ। ਬਿਲਕੁਲ ਬਈ ਅੱਛਾ ਏਦਾਂ ਹੀ, ਪਰ ਬੜੇ ਚੰਗੇ ਬੰਦੇ ਵੀ ਆ। ਮੈਂ ਤੁਹਾਨੂੰ 3-4 ਨਾਂ ਲੈ ਸਕਦਾ, ਪਰ ਉਹਨਾਂ ਦਾ ਨਾਂ ਨਹੀਂ ਲੈਣੇ ਮੈਂ। ਮਤਲਬ ਮੈਂ ਇੱਕ ਬਹੁਤ ਵੱਡਾ ਰਾਈਟਰ ਆ, ਪੰਜਾਬੀ ਦਾ ਕਹਾਣੀਕਾਰ ਆ, ਨਾਵਲਕਾਰ ਆ। ਉਹਦੀ ਕਹਾਣੀ ਆਈ, ਉਹ ਕਹਾਣੀ ਮੈਂ ਪੜ੍ਹੀ, ਕਮਲ ਨੇ ਨਹੀਂ ਪੜ੍ਹੀ, ਮੈਂ ਪੜ੍ਹੀ। ਪੜ੍ਹਨ ਤੋਂ ਬਾਅਦ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਜੀ ਕਹਾਣੀ ਤੁਹਾਡੀ ਪੜ੍ਹ ਲਈ ਆ, ਪਰ ਜੇ ਕਹਾਣੀ ਹੁਣ ਛਪ ਗਈ ਤੇ ਨਾ ਤਾਂ ਹੁਣ ਦਾ ਕੱਖ ਰਹਿਣਾ ਤੇ ਨਾ ਹੀ ਤੁਹਾਡਾ ਕੱਖ ਰਹਿਣਾ, ਤੁਸੀਂ ਬਹੁਤ ਵੱਡੇ ਕਹਾਣੀਕਾਰ ਹੋ। ਉਹਨਾਂ ਨੇ ਇੰਨੀ ਹਲੀਮੀ ਨਾਲ ਮੇਰੀ ਗੱਲ ਸਵੀਕਾਰ ਕੀਤੀ। ਤੇ 2 ਸਾਲ ਬਾਅਦ ਉਸ ਬੰਦੇ ਦੀ ਮੈਂ ਹੁਣ ਤੇ ਇੰਟਰਵਿਊ ਕੀਤੀ ਹੈ। ਜੇ ਇਸ ਬੰਦੇ ਦੀ ਕਹਾਣੀ ਰੱਦ ਕੀਤੀ ਹੋਵੇ, ਉਸ ਬੰਦੇ ਨੂੰ ਮੈਂ ਇੰਟਰਵਿਊ ਕਰ ਰਿਹਾ। ਫਿਰ ਇੱਕ ਹੋਰ ਵੱਡਾ ਕਹਾਣੀਕਾਰ, ਉਹਦੀ ਕਹਾਣੀ ਵੀ ਏਦਾਂ ਮੈਂ ਵਾਪਸ ਕੀਤੀ, ਉਹਦੀ ਵੀ ਇੰਟਰਵਿਊ ਕੀਤੀ। ਬਹੁਤ ਚੰਗੇ ਲੇਖਕ, ਵੱਡੇ ਲੇਖਕ, ਹੋਰ 4 ਕਹਾਣੀਕਾਰਾਂ ਦੀਆਂ ਮੈਂ ਕਹਾਣੀਆਂ ਵਾਪਸ ਕੀਤੀਆਂ, ਪਰ ਉਹਨਾਂ ਨੂੰ ਹੁਣ ਤੇ ਇੰਟਰਵਿਊ ਕੀਤਾ ਗਿਆ। ਇਹਦਾ ਮਤਲਬ ਇਹ ਹੈ ਵੀ ਅਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ, ਕੋਈ ਵੀ ਹੋਵੇ ਰਚਨਾ ਦੇ ਨਾਲ। ਮੈਨੂੰ ਕਈ ਵਾਰੀ ਕਹਿੰਦੇ, ਮੈਨੂੰ ਇੱਕ ਅਮਰੀਕਾ ਤੋਂ ਕਈ ਵਾਰੀ ਫੋਨ ਆਉਂਦਾ, ਉਹ ਸਾਡਾ ਲਾਈਵ ਮੈਂਬਰ ਆ, ਉਹਨੇ $500 ਦੇ ਦਿੱਤੇ ਲਾਈਵ ਮੈਂਬਰਸ਼ਿਪ ਦੇ। ਉਹਨੂੰ ਲੱਗਦਾ ਵੀ $500 ਭੇਜਤੇ ਲਾਈਵ ਮੈਂਬਰਸ਼ਿਪ, ਹੁਣ ਮੇਰਾ ਹੱਕ ਹੈ ਇਹਦੇ ਛਪਣਾ। ਉਹ ਟੁੱਟੀਆਂ ਭੱਜੀਆਂ ਕਵਿਤਾਵਾਂ ਲਿਖਦਾ ਤੇ ਕਈ ਵਾਰੀ ਉਲਫਤ ਬਾਜਵਾ ਦਾ ਜ਼ਿਕਰ ਕਰਦਾ। ਉਹ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਨਾ ਪਲੀਜ਼ ਉਲਫਤ ਬਾਜਵਾ ਵਰਗਾ ਇੱਕ ਸ਼ੇਰ ਲਿਖ ਲਓ ਨਾ। ਅੱਛਾ, ਮੈਂ ਉਹ ਛਾਪ ਦੂੰਗਾ। ਤੁਸੀਂ ਉਲਫਤ ਬਾਜਵਾ ਦਾ ਜ਼ਿਕਰ ਕਰਨਾ, ਮੈਂ ਨਹੀਂ ਛਾਪ ਸਕਦਾ। ਉਹਨੂੰ ਲੱਗਦਾ ਮੇਰਾ ਹੱਕ ਹੈ, ਮੈਂ ਲਾਈਵ ਮੈਂਬਰਸ਼ਿਪ ਦਿੱਤੀ। ਹਾਂ ਬਿਲਕੁਲ, ਕਈ ਵਾਰੀ ਇਦਾਂ ਵੀ। ਤੇ ਫਿਰ ਮੈਨੂੰ ਉਹਦਾ ਜਵਾਬ ਆਖਰੀ ਇਹ ਹੁੰਦਾ ਵੀ ਮਾੜੀ ਮੋਟੀ ਗਜ਼ਲ ਤਾਂ ਸੁਸ਼ੀਲ ਦੋਸਾਂਝ ਵੀ ਲਿਖਦਾ, ਪਰ ਤੁਸੀਂ 15 ਸਾਲਾਂ 'ਚ ਹੁਣ ਤੇ ਇੱਕ ਸ਼ੇਰ ਵੀ ਸੁਸ਼ੀਲ ਦੋਸਾਂਝ ਦਾ ਛਪਿਆ ਦਿਖਾ ਦਿਓ। ਸਹੀ। ਜਿਹੜੀ ਸੈਲਫ ਪ੍ਰਮੋਸ਼ਨ ਹੈ ਨਾ, ਸੈਲਫ ਪ੍ਰਮੋਸ਼ਨ ਜਿਹੜੀ ਆ, ਇਹ ਬਹੁਤ ਖਤਰਨਾਕ ਹੈ। ਮੈਂ ਸਾਡਾ ਪਰਚਾ ਬਚਿਆ ਇਸ ਕਰਕੇ ਹੈ, ਅਵਤਾਰ ਜੰਡਿਆਲੀ ਦੇ ਜੀ ਅਵਤਾਰ ਜੰਡਿਆਲੀ ਦੀ ਇੱਕ ਸਤਰ ਕਵਿਤਾ ਦੀ ਨਹੀਂ ਛਪੀ ਹੁਣ। ਉਹਨਾਂ ਦੇ ਮਰਨ ਤੋਂ ਬਾਅਦ ਉਹਨੇ ਕਵਿਤਾਵਾਂ ਮੈਂ ਛਾਪੀਆਂ। ਉਹਨਾਂ ਦੀ ਇੰਟਰਵਿਊ ਜਿਹੜੀਆਂ ਮੇਰੀਆਂ ਪਹਿਲਾਂ ਗੱਲਾਂ ਹੋਈਆਂ ਸੀ ਮੇਰੀ ਕਮਲ ਦੀਆਂ, ਅਸੀਂ ਉਹ ਇੰਟਰਵਿਊ ਦੇ ਰੂਪ ਛਾਪਿਆ ਉਹਨਾਂ ਦੇ ਮਰਨ ਤੋਂ ਬਾਅਦ। ਤੇ ਸੁਸ਼ੀਲ ਦੋਸਾਂਝ ਤੋਂ ਬਾਅਦ ਵੀ ਇਹ ਪਰਚਾ ਚੱਲਣਾ ਹੈ। ਸੁਸ਼ੀਲ ਦੋਸਾਂਝ ਦੀ ਕੋਈ ਸਤਰ ਛਪੂਗੀ ਤਾਂ ਉਹਦੇ ਮਰਨ ਤੋਂ ਬਾਅਦ ਹੀ ਛਪੇਗੀ। ਹੁਣ ਇਹੀ ਫਰਕ ਆ, ਬਾਕੀ ਪਰਚਾ ਨਾਲ ਸਾਡਾ। ਕਈ ਵਾਰੀ ਨਾ ਬਹੁਤੇ ਲੇਖਕਾਂ ਨੂੰ, ਪੰਜਾਬੀ ਦੇ ਲੇਖਕਾਂ ਨੂੰ ਇਹ ਉਲਾਮਾ ਰਹਿੰਦਾ ਇਹਦੇ ਹੋਣ ਦੇ ਨਾਲ ਵੀ ਪੰਜਾਬੀ ਦੇ ਵਿੱਚ ਬੜੀਆਂ ਰਚਨਾਵਾਂ ਪਈਆਂ ਵਾ ਮਿਆਰੀ ਲੇਖਕਾਂ ਦੀਆਂ, ਪਰ ਹੁਣ ਅਨੁਵਾਦਿਤ ਰਚਨਾਵਾਂ ਨੂੰ ਜਿਹੜੀ ਉਹ ਜ਼ਿਆਦਾ ਪ੍ਰੈਫਰੈਂਸ ਦੇਣ ਲੱਗ ਪਏ। ਜੇ ਤੁਸੀਂ ਉਹਦੀ ਪਰਸੈਂਟੇਜ ਕੱਢੋਗੇ, ਜੇ ਉਹਦੀ ਤੁਸੀਂ ਦਰ ਕੱਢੋਗੇ ਤੇ ਤੁਹਾਨੂੰ ਦਿਸੂਗਾ ਉਹ 20% ਹੋਊਗਾ। 80% ਪੰਜਾਬੀ ਦੇ ਛਪ ਰਿਹਾ। ਮੰਨ ਲਓ ਕਹਾਣੀਆਂ, ਮੰਨ ਲਓ ਅਸੀਂ 8 ਕਹਾਣੀਆਂ ਛਾਪੀਆਂ, 2 ਅਨੁਵਾਦਿਤ ਤੇ 6 ਤਾਂ ਪੰਜਾਬੀ ਦੀਆਂ ਹੀ ਆ, ਹੈਨਾ। ਦੂਜੀ ਗੱਲ, ਕਲਾਸਿਕਲ ਲਿਟਰੇਚਰ ਜਿਹੜਾ ਦੁਨੀਆ 'ਚ ਛਪ ਰਿਹਾ, ਜੇ ਤੁਸੀਂ ਉਹਨੂੰ ਇੰਟਰੋਡਿਊਸ ਨਹੀਂ ਕਰਾਓਗੇ ਤਾਂ ਤੁਸੀਂ ਜ਼ਿੰਮੇਵਾਰ ਬੰਦੇ ਨਹੀਂ ਹੈਗੇ। ਤੁਹਾਨੂੰ ਛਾਪਣਾ ਪਏਗਾ, ਤੁਹਾਨੂੰ ਦੱਸਣਾ ਪਏਗਾ ਵੀ ਦੁਨੀਆ 'ਚ ਕੀ ਹੋ ਰਿਹਾ ਭਾਈ। ਦੇਖੋ ਮੈਂ ਸਮਝਦਾ ਵੀ ਮੇਰਾ ਜੇ ਅੰਗਰੇਜ਼ੀ, ਮੈਂ ਘੱਟ ਪੜ੍ਹਿਆ ਲਿਖਿਆ, ਜੇ ਮੇਰਾ ਅੰਗਰੇਜ਼ੀ ਸਾਹਿਤ ਨਾਲ ਵਾਹ ਪਿਆ, ਜੰਗ ਬਹਾਦਰ ਗੋਇਲ ਹੋਣਾ ਕਰਕੇ ਪਿਆ। ਹਾਂ ਬਿਲਕੁਲ, ਕਿਉਂਕਿ ਉਹਨਾਂ ਬਹੁਤ ਅਨੁਵਾਦ ਕੀਤਾ। ਅਨੁਵਾਦ ਨਹੀਂ, ਉਹਨਾਂ ਨੇ ਸਗੋਂ ਸਬੜੀ ਕੀਤੀਆਂ। ਉਹ ਅਨੁਵਾਦ ਨਹੀਂ ਕਹਿ ਸਕਦਾ, ਸਮਝੋ ਵੀ ਐਂ ਲੱਗਦਾ ਜਿੱਦਾਂ ਉਹਨਾਂ ਨੇ ਖੁਦ ਲਿਖਿਆ, ਪੰਜਾਬੀ ਕਿਸੇ ਲੇਖਕ ਨੇ ਲਿਖਿਆ। ਮਤਲਬ ਅਨੁਵਾਦਕ ਕਹਾਣੀਆਂ ਛਾਪਣਾ ਕੋਈ ਗੁਨਾਹ ਨਹੀਂਗਾ। ਮੈਨੂੰ ਲੱਗਦਾ ਵੀ
ਤੁਸੀਂ ਨਾ ਜੇ ਇਹਨੂੰ ਗੁਨਾਹ ਮੰਨੋਗੇ ਤੁਸੀਂ ਪੰਜਾਬੀ ਮਤਲਬ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਹਾਂਜੀ ਹੁਣ ਨੇ ਛਾਪੀ ਕੁੱਤੀ ਬੇੜਾ ਕਹਾਣੀ ਮਨਿੰਦਰ ਕਾਲਗ ਦੀ ਕੁੱਤੀ ਬੇੜਾ ਕਲਾਸਿਕ ਕਹਾਣੀ ਪਰ ਹੁਣ ਉਹਨੇ ਮੋਹਨਦਾਸ ਵੀ ਛਾਪੀ ਆ ਉਹਦੇ ਪ੍ਰਭੂ ਦੀ ਮੋਹਨਦਾਸ ਛਾਪੀ ਹੈ ਨਾ ਮੋਹਨਦਾਸ ਜੇ ਅਸੀਂ ਨਾ ਛਾਪਦੇ ਤਾਂ ਕੇਵਲ ਧਾਲੀਵਾਲ ਉੱਤੇ ਨਾਟਕ ਨਹੀਂ ਸੀ ਗਿਲ ਸਕਦਾ